ਇਕਨੋਮਿਕਸ ਲੈਕਚਰਰ ਮਾਨਯੋਗ ਰਾਜਵਿੰਦਰ ਜੀ, ਸਵਾਗਤ ਹੈ ਤੁਹਾਡਾ ਅੱਜ ਦਾ ਨਵਾਂ ਟੌਪਿਕ ਲੈ ਕੇ। ਰਾਜਵਿੰਦਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਅਧਿਆਪਕ ਸਾਥੀਆਂ ਨੂੰ ਲੋਹੜੀ ਦੀ ਮੁਬਾਰਕਾਂ, ਮਾਘੀ ਦੀ ਮੁਬਾਰਕਾਂ। ਅੱਜ ਅਸੀਂ ਜਿਹੜਾ ਟੌਪਿਕ ਇਕਨੋਮਿਕਸ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਹੜਾ ਹੈ ਉਹ ਗਵਰਨਮੈਂਟ ਬਜਟ ਐਂਡ ਦਾ ਇਕਾਨਮੀ, ਉਹਦੇ ਉੱਤੇ ਅੱਜ ਡਿਸਕਸ ਕਰਨ ਜਾ ਰਹੇ ਹਾਂ। ਦੇਖੋ, ਤੁਹਾਨੂੰ ਪਤਾ ਹੀ ਹੈ ਬਜਟ ਵੀ ਇਸ ਵਾਰ ਦਾ ਆ ਰਿਹਾ ਹੈ। 1 ਫਰਵਰੀ ਨੂੰ ਜਿਹੜੇ ਮਾਨਯੋਗ ਸਾਡੇ ਫਾਈਨਾਂਸ ਮਿਨਿਸਟਰ ਨੇ ਨਿਰਮਲਾ ਸੀਤਾਰਮਨ, ਉਹ ਪੇਸ਼ ਕਰਨ ਜਾ ਰਹੇ ਨੇ। ਤੋ ਬਜਟ ਨੂੰ ਸਮਝਣ ਤੋਂ ਪਹਿਲੇ ਉਹਦੇ ਕੁਝ ਕਨਸਟੀਟਿਊਐਂਟਸ ਜਿਹੜੇ ਨੇ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਵੀ ਥੋੜਾ ਪ੍ਰੇਰਿਤ ਕੀਤਾ ਜਾਵੇ ਕਿ ਬਜਟ ਆ ਰਿਹਾ ਬੇਟਾ, ਬਜਟ ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਸ਼ਾਮਲ ਹੁੰਦੀਆਂ ਨੇ ਉਹਨੂੰ ਸਮਝਣਾ ਹੈ। ਹੁਣ ਜੇ ਅਸੀਂ ਸਭ ਤੋਂ ਪਹਿਲੇ ਗੱਲ ਕਰੀਏ ਬਜਟ ਦਾ ਅਰਥ, ਮੀਨਿੰਗ ਕੀ ਹੈ? ਹਾਂਜੀ, ਮੀਨਿੰਗ ਕੀ ਹੈ? ਮੀਨਿੰਗ ਤੋਂ ਵੀ ਪਹਿਲੇ ਅਸੀਂ ਇੱਕ ਚੀਜ਼ ਦੇਖਦੇ ਹਾਂ ਕਿ ਬੱਚਿਆਂ ਨੂੰ ਹਰ ਇੱਕ ਚੀਜ਼ ਨੂੰ ਉਹਨਾਂ ਦੀ ਡੇਲੀ ਲਾਈਫ ਨਾਲ ਕੋਰਿਲੇਟ ਕਰਨਾ ਬੜਾ ਇੰਪੋਰਟੈਂਟ ਚੀਜ਼ ਹੈ। ਹਾਂਜੀ, ਜੇ ਤੁਸੀਂ ਉਹਨਾਂ ਨੂੰ ਕੋਰਿਲੇਟ ਕਰਕੇ ਦੱਸਦੇ ਹੋ ਕਿ ਦੇਖੋ ਬੇਟਾ, ਤੁਹਾਡੇ ਘਰ ਤੁਹਾਡੇ ਪਿਤਾ ਜੀ ਜਦੋਂ ਤਨਖਾਹ ਲੈ ਕੇ ਆਉਂਦੇ ਨੇ ਤਾਂ ਉਹ ਸਾਰੀ ਪਲੈਨਿੰਗ ਕਰਦੇ ਨੇ, ਭਾਵੇਂ ਉਹਨਾਂ ਨੇ ਇਕਨੋਮਿਕਸ ਪੜ੍ਹੀ ਹੈ ਜਾਂ ਨਹੀਂ ਪੜ੍ਹੀ ਹੈ, ਫਿਰ ਵੀ ਉਹ ਇਹ ਪਲੈਨਿੰਗ ਕਰਦੇ ਨੇ ਵੀ ਕਿਸ ਤਰੀਕੇ ਦੀ ਤਨਖਾਹ ਆਈ ਹੈ, ਉਹਦਾ ਕਿੰਨਾ ਹਿੱਸਾ ਜਿਹੜਾ ਐਜੂਕੇਸ਼ਨ ਤੇ ਖਰਚ ਹੋਏਗਾ, ਕਿੰਨਾ ਘਰ ਦਾ ਮੰਨ ਲਓ ਕਿਰਾਇਆ ਜਾਏਗਾ, ਕਿੰਨਾ ਖਾਣ ਪੀਣ ਵਾਸਤੇ ਹੈ, ਕਿੰਨਾ ਟਰਾਂਸਪੋਰਟੇਸ਼ਨ ਵਾਸਤੇ ਹੈ, ਕਿੰਨਾ ਮੈਡੀਕਲ ਖਰਚ ਵਾਸਤੇ ਹੈ, ਜਾਂ ਕਿੰਨੀ ਸੇਵਿੰਗ ਕੀਤੀ ਜਾਏਗੀ। ਇਹ ਸਭ ਚੀਜ਼ਾਂ ਘਰ ਦਾ ਬਜਟ ਜਿਸ ਤਰ੍ਹਾਂ ਤੁਸੀਂ ਘਰ ਦਾ ਬਜਟ ਬਣਾਇਆ ਠੀਕ ਹੈ ਜੀ, ਉਸ ਤਰ੍ਹਾਂ ਦੇਸ਼ ਦਾ ਵੀ ਬਣਦਾ ਹੋਏਗਾ। ਉਸੇ ਤਰੀਕੇ ਦੇ ਨਾਲ ਕਿਸੇ ਦੇਸ਼ ਨੂੰ ਚਲਾਉਣ ਵਾਸਤੇ ਇੱਕ ਬਹੁਤ ਵੱਡੇ ਪੱਧਰ ਤੇ ਇੱਕ ਬਜਟ ਬਣਾਉਣਾ ਪੈਂਦਾ ਹੈ। ਸਾਲਾਨਾ ਆਮਦਨ, ਉਹਦਾ ਖਰਚ, ਔਰ ਇੱਕ ਜਿਹੜਾ ਇੱਕ ਪੀਰੀਅਡ ਵਾਸਤੇ ਇੱਕ ਫਾਈਨੈਂਸ਼ੀਅਲ ਪੀਰੀਅਡ ਜਿਹੜਾ ਕਿ ਸਾਡਾ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਚੱਲਦਾ ਹੈ, ਉਹਦੇ ਵਾਸਤੇ ਜਿਹੜੀ ਸਰਕਾਰ ਜਿਹੜੀ ਹੈ ਉਹ ਬਜਟ ਬਣਾਉਂਦੀ ਹੈ। ਔਰ ਸਰਕਾਰੀ ਬਜਟ ਸਾਲਾਨਾ ਆਮਦਨ ਅਤੇ ਸਾਲਾਨਾ ਖਰਚ ਜਿਹੜਾ ਉਹਦਾ ਵੇਰਵਾ ਹੈ। ਇਸ ਤਰੀਕੇ ਬੱਚਾ ਬੜਾ ਈਜ਼ੀਲੀ ਸਮਝ ਜਾਏਗਾ ਹਾਂ ਵੀ ਬਜਟ ਦਾ ਕੀ ਅਰਥ ਕੀ ਹੈ, ਮਤਲਬ ਉਹਦੇ ਜੀਵਨ ਚ ਕਿਸ ਤਰ੍ਹਾਂ। ਹਾਂ, ਬਿਲਕੁਲ ਬਿਲਕੁਲ ਠੀਕ ਹੈ ਜੀ, ਇਹ ਹੋ ਗਿਆ ਸਾਡਾ ਮੀਨਿੰਗ। ਇਹ ਇਨਵੈਸਟੋਪੀਡੀਆ ਤੋਂ ਵੀ ਆਪਾਂ ਲੈ ਲੈਂਦੇ ਹੁੰਦੇ ਹਾਂ ਬਜਟ, ਕਿ ਇਹ ਜਿਹੜਾ ਰੈਵਨਿਊ ਤੇ ਐਕਸਪੈਂਸ ਆ, 2 ਵਰਡ ਮੈਨੂੰ ਲੱਗਦਾ ਸਭ ਤੋਂ ਇੰਪੋਰਟੈਂਟ ਚੱਲਦੇ ਹੈਗੇ। ਦੇਖੋ, ਬਜਟ ਦਾ ਸਾਰਾ ਦਾਰੋਮਦਾਰ ਹੀ 2 ਵਰਡ ਤੇ ਹੈ। ਠੀਕ ਹੈ ਕਿ ਰੈਵਨਿਊ ਕਿੱਥੋਂ ਜਨਰੇਟ ਹੋਇਆ ਔਰ ਖਰਚਾ ਕਿੱਥੇ ਹੋਇਆ ਜੀ, 2 ਵਰਡ। ਔਰ ਫਿਊਚਰ ਪੀਰੀਅਡ ਆਫ ਟਾਈਮ ਦੈਟ ਇਜ਼ ਰੀਵੈਲੂਏਟ ਔਨ ਪੀਰੀਓਡਿਕ ਬੇਸਿਸ ਆਲਸੋ, ਵੀ ਥੋੜੀ ਦੇਰ ਬਾਅਦ ਕਿ ਸਾਡਾ ਜਿਹੜੇ ਤਰੀਕੇ ਨਾਲ ਅਸੀਂ ਬਜਟ ਬਣਾਇਆ ਹੈ। ਫॉर ਐਗਜ਼ਾਮਪਲ, ਤਨਖਾਹ ਸਾਡੇ ਕੋਲ ਆ ਰਹੀ 10,000, ਸਾਡਾ ਬਜਟ ਬਣਿਆ ਹੋਇਆ ਘਰ ਦਾ, ਲੇਕਿਨ ਅਚਾਨਕ ਕਿਸੇ ਮਹੀਨੇ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ ਜੀ। ਨੈਚੁਰਲੀ ਗੱਲ ਹੈ, ਉਸ ਮਹੀਨੇ ਸਾਡਾ ਬਜਟ ਵਿਗੜ ਗਿਆ, ਉਹ ਸਾਨੂੰ ਰਿਵਿਊ ਕਰਨਾ ਪੈਂਦਾ ਕਿ ਹਾਂ ਪਿਛਲੇ ਪੈਸੇ ਜਿਹੜੇ ਸੇਵਿੰਗ ਕੀਤੇ ਆ ਉਸ ਮਹੀਨੇ ਅਸੀਂ ਉਹਦੇ ਵਿੱਚ ਉਹਨੂੰ ਖਰਚ ਕਰੀਏ। ਹੁਣ ਆਬਜੈਕਟਿਵ ਕੀ ਹੈਗੇ ਨੇ ਕਿ ਗਵਰਨਮੈਂਟ ਬਣਾਉਂਦੀ ਕਿਉਂ ਆ ਬਜਟ? ਇਹਦੇ ਕੁਝ ਆਬਜੈਕਟਿਵ ਉਦੇਸ਼ ਤੇ ਹੁੰਦੇ ਹੋਣਗੇ ਨਾ। ਬਿਲਕੁਲ ਬਿਲਕੁਲ ਜੀ, ਦੇਖੋ ਇਹ ਕੁਐਸਚਨ ਵੀ ਬੜਾ ਇੰਪੋਰਟੈਂਟ ਬਣਦਾ ਹੈ। ਵਾਟ ਆਰ ਦ ਆਬਜੈਕਟਿਵਸ ਆਫ ਗਵਰਨਮੈਂਟ ਬਜਟ, ਬਜਟ ਦੇ ਉਦੇਸ਼ ਕੀ ਨੇ? ਬੱਚੇ ਜੇ ਇਹ ਪੁਆਇੰਟਸ ਵੀ ਯਾਦ ਕਰ ਲੈਣ ਤੇ ਕੁਐਸਚਨ ਵੀ ਤਿਆਰ ਹੁੰਦਾ ਹੈ। ਉਹਦੇ ਨਾਲ ਇਹਨਾਂ ਆਬਜੈਕਟਿਵ ਨੂੰ ਸਮਝਣਾ ਵੀ ਬੜਾ ਜ਼ਰੂਰੀ ਹੈ। ਰੀਐਲੋਕੇਸ਼ਨ ਆਫ ਦ ਰਿਸੋਰਸਿਸ, ਦੇਖੋ ਸੰਸਾਧਨ ਨੇ ਜਿਹੜੇ ਅਵੇਲੇਬਲ ਨੇ ਦੇਸ਼ ਕੋ, ਭਾਵੇਂ ਖਣਿਜ ਪਦਾਰਥ ਨੇ, ਭਾਵੇਂ 에ਅਰਵੇਜ਼ ਹੈ, ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਸੰਸਾਧਨ ਨੇ, ਉਹਨਾਂ ਦੀ ਸਹੀ ਤਰੀਕੇ ਨਾਲ ਵੰਡ, ਰੀਐਲੋਕੇਟ ਕਰਨਾ ਕਿ ਉਹਨੂੰ ਕਿਹੜੇ ਸੈਕਟਰ ਨੂੰ ਕਿੰਨਾ % ਹਿੱਸਾ ਜਿਹੜਾ ਉਹ ਰੀਐਲੋਕੇਟ ਕੀਤਾ ਜਾਏ, ਇਹ ਇੱਕ ਸਭ ਤੋਂ ਵੱਡਾ ਉਦੇਸ਼ ਹੁੰਦਾ ਹੈ। ਫਿਰ ਆਮਦਨ ਅਤੇ ਧਨ ਦੀ ਸਮਾਨ ਵੰਡ, ਦੇਖੋ ਦੇਸ਼ ਦੇ ਵਿੱਚ ਤੁਸੀਂ ਨੋਟ ਕੀਤਾ ਹੋਏਗਾ ਕਈ ਵਾਰ ਅਖਬਾਰਾਂ 'ਚ ਆ ਰਿਹਾ ਜੀ ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਨੇ, ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਨੇ, ਉਹਨਾਂ ਦੇ ਆਪਸੀ ਡਿਫਰੈਂਸ ਬਹੁਤ ਵੱਧ ਰਿਹਾ ਹੈ। ਇਹ ਇਕੁਅਲ ਡਿਸਟ੍ਰੀਬਿਊਸ਼ਨ ਆਫ ਇਨਕਮ ਅਤੇ ਵੈਲਥ ਦੀ ਸਰਕਾਰ ਦਾ ਮੇਨ ਮੋਟਿਵ ਹੈ ਕਿ ਜਿਹੜੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਜਿਹੜਾ ਹੈ ਇੱਕ ਮਿਨੀਮਮ ਜਿਹੜਾ ਜੀਵਨ ਜੀਣ ਦੇ ਲਈ ਇਨਕਮ ਪ੍ਰਾਪਤ ਹੋਏ, ਔਰ ਉਹਦੀ ਸਹੀ ਤਰੀਕੇ ਵੰਡ ਕਰਨੀ ਜਿਹੜੀ ਹੈ ਸਾਧਨਾਂ ਦੀ, ਆਮਦਨ ਦੀ, ਧਨ ਦੀ, ਉਹ ਵੀ ਇੱਕ ਬਜਟ ਦਾ ਉਦੇਸ਼ ਹੈ। ਹੋਣਾ ਚਾਹੀਦਾ। ਤੀਸਰੀ ਗੱਲ ਕਰੀਏ ਤੇ ਆਰਥਿਕ ਸਥਿਰਤਾ ਬਹੁਤ ਵੱਡੀ ਗੱਲ ਹੈ। ਜੇ ਦੇਸ਼ 'ਚ ਉਤਾਰ ਚੜਾਵ ਵੀ ਹੁੰਦੇ ਰਹਿਣਗੇ, ਉਤਾਰ ਚੜਾਵ ਦੇ ਕਦੀ ਬਹੁਤ ਜ਼ਿਆਦਾ ਮਹਿੰਗਾਈ ਵੱਧ ਜਾਏਗੀ, ਕਦੀ ਬਹੁਤ ਜ਼ਿਆਦਾ ਮੰਦੀ ਦਾ ਦੌਰ ਆ ਜਾਏਗਾ, ਤੇ ਸਥਿਰ ਇਕਨੋਮੀ ਯਾਨੀ ਕਿ ਸਟੇਬਲ ਇਕਨੋਮੀ ਨਹੀਂ ਮੰਨੀ ਜਾਂਦੀ। ਤਾਂ ਕਿਸੇ ਵੀ ਜਿਹੜੀ ਸਰਕਾਰ ਜਿਹੜੀ ਹੈ ਉਹਦਾ ਮੇਨ ਮਕਸਦ ਦੇਸ਼ ਦੇ ਵਿੱਚ ਇਕਨੋਮਿਕ ਸਟੇਬਿਲਿਟੀ ਲਿਆਉਣਾ ਹੈ, ਤੇ ਆਰਥਿਕ ਸਥਿਰਤਾ ਵਾਸਤੇ ਜਿਹੜਾ ਬਜਟ ਜਿਹੜਾ ਉਹ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ। ਇਹ 'ਚ ਫਿਸਕਲ ਪਾਲਿਸੀ ਤੇ ਮੋਨਿਟਰੀ ਪਾਲਿਸੀ ਦਾ ਕੁਝ ਧਿਆਨ ਦਿੱਤਾ ਜਾਂਦਾ ਹੈਗਾ। ਬਿਲਕੁਲ ਜੀ, ਦੇਖੋ ਸਰਕਾਰ ਜਿਹੜਾ ਬਜਟ ਕਰਦੀ ਹੈ ਉਹ ਫਿਜ਼ੀਕਲ ਪਾਲਿਸੀ ਜਿਹੜੀ ਹੈ ਉਹਦੇ ਹੱਥ 'ਚ ਹੁੰਦੀ ਹੈ, ਬਣਾਉਂਦੀ ਹੈ, ਔਰ ਉਹਦੀ ਸਲਾਹ ਦੇ ਉੱਤੇ ਜਿਹੜਾ ਕਿਸੇ ਦੇਸ਼ ਦਾ ਕੇਂਦਰੀ ਬੈਂਕ ਜਿਹੜਾ ਹੈ ਉਹ ਮੋਨਿਟਰੀ ਪਾਲਿਸੀ ਬਣਾਉਂਦਾ ਹੈ, ਔਰ ਉਹ ਸਾਰਾ ਬਜਟ ਦੇ ਵਿੱਚ ਇਹ ਸਾਰਿਆਂ ਨੂੰ ਆਪਸ ਦੇ ਵਿੱਚ ਕੋਰਿਲੇਟ ਕੀਤਾ ਜਾਂਦਾ ਹੈ ਇੱਕ ਆਪਸ ਵਿੱਚ ਸੰਬੰਧਿਤ ਤੌਰ ਤੇ। ਰਿਡਕਸ਼ਨ ਆਫ ਪਾਵਰਟੀ ਐਂਡ ਅਨਇੰਪਲੋਇਮੈਂਟ ਸਭ ਤੋਂ ਇੰਪੋਰਟੈਂਟ, ਦੇਖੋ ਕਿਸੇ ਵੀ ਦੇਸ਼ ਦੀ, ਦੁਨੀਆ ਦੇ ਜਿੰਨੇ ਵੀ ਦੇਸ਼ ਨੇ, ਹਰ ਸਰਕਾਰ ਦਾ ਮੇਨ ਮਕਸਦ ਇਹੀ ਹੁੰਦਾ ਹੈ ਕਿ ਦੇਸ਼ 'ਚ ਗਰੀਬੀ ਤੇ ਬੇਰੁਜ਼ਗਾਰੀ ਨੂੰ
ਦੂਰ ਕੀਤਾ ਜਾਵੇ। ਅੱਜ ਦੀ ਡੇਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਰਾ ਵਿਸ਼ਵ ਜਿਹੜਾ ਮੰਦੀ ਦੇ ਦੌਰ 'ਚ ਜਾ ਰਿਹਾ ਹੈ, ਸਾਰੇ ਦੁਨੀਆ ਦੇ ਵਿੱਚ ਨੌਕਰੀਆਂ ਘਟ ਰਹੀਆਂ। ਤੁਸੀਂ ਦੇਖ ਹੀ ਰਹੇ ਹੋਗੇ ਵੱਡੀ ਵੱਡੀ ਕੰਪਨੀ, ਭਾਵੇਂ ਐਮਾਜ਼ਨ ਹੈ, ਭਾਵੇਂ ਗੂਗਲ ਹੈ, ਜਿੰਨੀ ਵੀ ਕੰਪਨੀ ਉਹਨਾਂ ਨੇ ਛਟਨੀ ਕਰਨ ਦੇ ਤੇ ਨੈਚੁਰਲੀ ਜਦੋਂ ਬੇਰੁਜ਼ਗਾਰੀ ਹੋ ਰਹੀ ਹੈ। ਹੁਣ ਸਰਕਾਰ ਨੇ ਬਜਟ ਬਣਾਉਣ ਦੇ ਵਕਤ ਇਹ ਚੀਜ਼ ਦੇਖਣੀ ਹੈ ਕਿ ਕਿਸ ਤਰੀਕੇ ਜਿਹੜੇ ਨੌਜਵਾਨ ਹੈ ਉਹਨੂੰ ਰੋਜ਼ਗਾਰ ਮਿਲੇ, ਬੇਰੁਜ਼ਗਾਰੀ ਦੂਰ ਹੋਵੇ, ਦੇਸ਼ ਦੇ ਵਿੱਚ ਗਰੀਬੀ ਜਿਹੜੀ ਹੈ ਉਹ दूर करने। और दैट इज वन ऑफ द इंपॉर्टेंट ऑब्जेक्टिव ऑफ गवर्नमेंट बजट कि देश ਦੇ ਵਿੱਚ ਪਾਵਰਟੀ ਔਰ ਅਨਇੰਪਲੋਇਮੈਂਟ ਨੂੰ ਇਸ ਤਰ੍ਹਾਂ ਖਤਮ ਕਰਨਾ ਹੈ। ਸਰਵਜਨਕ ਉਦਮਾਂ ਦਾ ਪ੍ਰਬੰਧ ਦੇਖੋ, ਬਹੁਤ ਸਾਰੇ ਜਿਹੜੇ ਗਵਰਨਮੈਂਟ ਦੇ ਆਪਣੇ, ਹਾਂਜੀ ਬਿਲਕੁਲ ਬਿਲਕੁਲ, ਪਬਲਿਕ ਐਂਟਰਪ੍ਰਾਈਜ਼ ਜਿਹੜੀ ਗਵਰਨਮੈਂਟ ਚਲਾਉਂਦੀ ਹੈ, ਜਿਵੇਂ ਇੰਡੀਆ ਦੇ BHEL ਹੈ, ਹਿੰਦੁਸਤਾਨ ਐਰੋਨੌਟਿਕਸ ਹੈ, ਇਸ ਤਰ੍ਹਾਂ ਕਰਕੇ ਬਹੁਤ ਸਾਰੇ 40 ਤੋਂ 50 ਜਿਹੜੇ ਉਪਕਰਮ ਨੇ ਜਿਹੜੇ ਗਵਰਨਮੈਂਟ ਜਿਹੜੇ ਉਹਨਾਂ ਦੀ ਆਪਣੀਆਂ ਕੰਪਨੀਆਂ ਨੇ, ਬਿਲਕੁਲ ਗਵਰਨਮੈਂਟ ਨੇ ਜਿਹੜੇ ਸਰਕਾਰੀ ਖੇਤਰ ਦੇ ਵਿੱਚ ਕੋਈ ਉਹਨਾਂ ਨੂੰ ਵੀ ਚਲਾਉਣਾ, ਭਾਵੇਂ ਉਹ ਡਿਫੈਂਸ ਸੈਕਟਰ 'ਚ ਨੇ, ਭਾਵੇਂ ਹੋਰ ਕਿਸੇ ਸੈਕਟਰ 'ਚ ਨੇ, ਫਾਰਮਾ ਸੈਕਟਰ 'ਚ ਨੇ, ਉਹਨਾਂ ਨੂੰ ਕਿਸ ਤਰੀਕੇ ਮੈਨੇਜਮੈਂਟ ਕਰਨੀ, ਉਹਨਾਂ ਵਾਸਤੇ ਕਿਸ ਤਰ੍ਹਾਂ ਫੰਡ ਰੀਐਲੋਕੇਟ ਕਰਨੇ, ਕਿਸ ਤਰੀਕੇ ਉਹਨਾਂ ਦੀ ਜਿਹੜੀ ਸਾਰਾ ਪਲੈਨਿੰਗ ਕਰਨੀ, ਸਾਰੇ ਆਉਣ ਵਾਲਾ ਬਜਟ ਬਣਾਉਣਾ, ਇਹ ਸਭ ਚੀਜ਼ਾਂ ਵੀ ਜਿਹੜੀਆਂ ਨੇ, ਯਾਨੀ ਇਹ ਉਦੇਸ਼ ਹੈ। ਅਗਰ ਬੱਚਾ ਇਹਨੂੰ ਯਾਦ ਕਰ ਲਵੇ ਤੇ ਮੈਨੂੰ ਲੱਗਦਾ ਇਹਦਾ ਪੂਰਾ ਕੁਐਸਚਨ ਤਿਆਰ ਹੋ ਜਾਂਦਾ ਹੈਗਾ ਕਿ ਆਬਜੈਕਟਿਵ ਕੀ ਹੈਗੇ ਨੇ। ਕਿਉਂਕਿ ਕਈ ਵਾਰ ਮੈਂ ਸੋਚਦਾ ਨਾ ਡੈਫੀਨੇਸ਼ਨ ਪਤਾ ਹੋਣ ਤੇ ਆਬਜੈਕਟਿਵ ਪਤਾ ਹੋਣ ਤੇ ਬੜੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਨੇ ਉਹ ਹੱਲ ਹੋ ਜਾਂਦੀਆਂ ਹੈਗੀਆਂ ਨੇ। ਤੇ ਅਗਰ ਆ ਕੁਐਸਚਨ ਦੇ ਰੂਪ 'ਚ ਹੁਣ ਆਪਾਂ ਯਾਦ ਕਰ ਲਈਏ ਤੇ ਕਿੰਨਾ ਆਸਾਨ ਹੈਗਾ ਆ ਕਿ ਸਾਨੂੰ ਆਬਜੈਕਟਿਵ ਪਤਾ ਲੱਗ ਗਏ। ਹੁਣ ਅਸੀਂ 4 ਨੰਬਰ 6 ਨੰਬਰ ਦੇ ਕੁਐਸਚਨ ਵਾਸਤੇ ਆਪਣੇ ਆਪ ਨੂੰ ਪ੍ਰਿਪੇਅਰ ਕਰ ਲਿਆ ਹੈਗਾ ਆ। ਠੀਕ ਹੈ ਜੀ ਰਾਜਵਿੰਦਰ ਜੀ, ਇਸ ਤੋਂ ਬਾਅਦ ਇਹ ਵੀ ਆਪਾਂ ਇਮੇਜ ਦੇ ਨਾਲ ਹੀ ਕੋਸ਼ਿਸ਼ ਕੀਤੀ ਹੈਗੀ ਆ ਕਿ ਬਹੁਤ ਸਾਰੇ ਹੋਰ ਉਦੇਸ਼ ਵੀ ਹੈਗੇ ਨੇ ਜਿਹੜੇ ਬੱਚੇ ਹੈਗੇ ਨੇ। ਸਾਡੇ ਕੋਲ ਨਾ ਬੱਚੇ ਐਕਸੈਪਸ਼ਨਲੀ ਚੰਗੇ ਹੁੰਦੇ ਨੇ। ਅਸੀਂ ਕਈ ਵਾਰ ਕੋਸ਼ਿਸ਼ ਕਰਦੇ ਹੁੰਦੇ ਆ ਕਿ ਉਹ ਜਿਹੜਾ ਕਿਤਾਬ 'ਚ ਲਿਖਿਆ ਉਹ ਤੋਂ ਵੀ 4 ਚੀਜ਼ਾਂ ਵੱਧ ਕੇ ਕੁਛ ਨਾ ਕੁਛ ਪੜ੍ਹ ਕੇ ਆਉਣ, ਸਮਝ ਕੇ ਆਉਣ, ਤੇ ਉਹ ਵੀ ਇਹ ਉਦੇਸ਼ ਹੋਰ ਨੋਟ ਕਰ ਸਕਦੇ ਹੈਗੇ ਨੇ। ਤੇ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਪਿਕਚਰ ਦਾ ਇਫੈਕਟ ਬਹੁਤ ਵਧੀਆ ਜਲਦੀ ਪੈਂਦਾ ਬੱਚੇ ਦੇ ਬ੍ਰੇਨ ਦੇ ਉੱਤੇ। ਜੋ ਰਿਟਨ ਪੜ੍ਹ ਰਹੇ ਹਾਂ ਉਹਨੂੰ ਜਿਹੜੇ ਵਿਜ਼ੂਅਲ ਅਸੀਂ ਦੇਖਦੇ ਹਾਂ, ਹੁਣ ਮੰਨ ਲਓ ਇੱਥੇ 7 ਪੁਆਇੰਟ ਹੈ, ਜੇ ਬੱਚਾ 7 ਪੁਆਇੰਟ ਯਾਦ ਕਰਦਾ ਹੈ ਤੇ ਜੇ ਇੱਕ ਅੱਧਾ ਭੁੱਲ ਵੀ ਗਿਆ ਤਾਂ ਵੀ 6 ਜਾਂ 5 ਦੇ ਕੋਲ ਹੈਗੇ ਨੇ, ਉਹ ਉਸ ਨੂੰ ਈਜ਼ੀਲੀ ਐਕਸਪਲੇਨ ਕਰ ਸਕਦਾ ਹੈ। ਪੁਆਇੰਟ ਉਹੀ ਨੇ ਜੋ ਪਿੱਛੇ ਹੀ ਡਿਸਕਸ ਕੀਤੇ, ਉਹਨਾਂ ਤੇ ਇੱਕ ਅੱਧਾ ਐਕਸਟਰਾ ਅਸੀਂ ਲਗਾ ਦਿੰਦੇ ਹਾਂ। ਪਰ ਕੁਝ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਕਿ ਉਹ ਚਾਹੁੰਦੇ ਨੇ ਕਿ ਆਪਾਂ ਕੁਛ ਨਾ ਕੋਈ ਕਿਤਾਬ ਤੋਂ ਵੀ ਜ਼ਿਆਦਾ ਐਕਸਟਰਾ ਕਰੀਏ। ਤੇ ਅੱਜ ਕੱਲ ਬਹੁਤ ਈਜ਼ੀ ਹੈਗਾ, ਅਵੇਲੇਬਲ ਹੈਗੀਆਂ ਨੇ, ਤੁਸੀਂ ਵੀਡੀਓ ਬਣਾ ਰਹੇ ਜੇ, ਉਹ ਵੀ ਬੱਚੇ ਪੜ੍ਹ ਸਕਦੇ, ਉੱਤੋਂ ਸੁਣ ਸਕਦੇ, ਸਮਝ ਸਕਦੇ ਹੈਗੇ ਨੇ। ਹੁਣ ਸਟਰਕਚਰ ਕੀ ਹੁੰਦਾ ਹੈ ਜੀ ਗਵਰਨਮੈਂਟ ਬਜਟ ਦਾ? ਦੇਖੋ, ਬਜਟ ਦਾ ਅੰਸ਼, ਗਵਰਨਮੈਂਟ ਬਜਟ ਦੇ 2 ਮੇਨ ਸਟਰਕਚਰ ਅਸੀਂ ਲੈ ਕੇ ਚੱਲਦੇ ਹਾਂ। ਇੱਕ ਹੁੰਦਾ ਹੈ ਰਾਜਸਵ ਬਜਟ ਔਰ ਇੱਕ ਕਹਿ ਦਿੰਦੇ ਹਾਂ ਪੂੰਜੀਗਤ ਬਜਟ, ਯਾਨੀ ਰੈਵਨਿਊ ਬਜਟ ਐਂਡ ਦਾ ਕੈਪੀਟਲ ਬਜਟ। ਹੁਣ ਦੋਨਾਂ 'ਚ ਡਿਫਰੈਂਸ ਕੀ ਹੈ? all the money received of the government which do not create any liability or do not reduce the assets of the government ਦੇ ਐਸੈਟ ਤੇ ਕੋਈ ਫਰਕ ਨਹੀਂ ਪੈਂਦਾ, ਆਰ ਕਾਲਡ ਦਾ ਰੈਵਨਿਊ ਰਿਸੀਵਡ, ਟੈਕਸ ਰਿਸੀਵਡ। ਹੁਣ ਜੇ ਪੰਜਾਬੀ 'ਚ ਕਰੀਏ, ਹੁਣ ਦੇਖੋ ਛੋਟਾ ਕੁਐਸਚਨ ਤਿਆਰ ਹੋ ਗਿਆ, ਬੱਚੇ ਨੂੰ 2 ਨੰਬਰ ਦਾ ਕੁਐਸਚਨ ਆ ਰਿਹਾ, ਰੈਵਨਿਊ ਬਜਟ, ਰਾਜਸਵ ਬਜਟ ਕਿਹਨੂੰ ਕਹਿੰਦੇ ਆ? ਅਸੀਂ ਉਹ ਲਿਖ ਸਕਦਾ ਇਹਦੇ ਵਿੱਚ ਕਿ ਰਾਜਸਵ ਖਰਚ ਉਹ ਖਰਚ ਹੁੰਦਾ ਹੈ ਜਿਸ ਦੁਆਰਾ ਨਾ ਤਾਂ ਦੇਣਦਾਰੀਆਂ ਵਿੱਚ ਕਮੀ ਹੁੰਦੀ ਹੈ ਅਤੇ ਨਾ ਹੀ ਪਰਿਸੰਪਤੀਆਂ ਦਾ ਨਿਰਮਾਣ ਹੁੰਦਾ ਹੈ। ਇਹ ਰੈਵਨਿਊ, ਹਾਂਜੀ ਬਿਲਕੁਲ। ਉਦਾਹਰਨ ਵਜੋਂ ਸਰਕਾਰ ਦੇ ਅਨੁਸ਼ਾਸਨ, ਕਾਨੂੰਨ ਵਿਵਸਥਾ ਤੇ ਖਰਚ ਜਿਹੜਾ ਉਹ ਰੈਵਨਿਊ ਬਜਟ ਦੇ ਵਿੱਚ ਆ ਗਿਆ। ਔਰ ਕੈਪੀਟਲ ਬਜਟ, ਪੂੰਜੀਗਤ ਬਜਟ, ਆਲ ਦਾ ਮਨੀ ਰਿਸੀਵਡ ਆਫ ਦ ਗਵਰਨਮੈਂਟ ਵਿਚ ਈਦਰ ਕ੍ਰੀਏਟ ਲਾਇਬਿਲਿਟੀ ਔਰ ਰਿਡਿਊਸ ਦ ਐਸੈਟਸ ਆਫ ਦ ਗਵਰਨਮੈਂਟ ਆਰ ਕਾਲਡ ਦ ਕੈਪੀਟਲ ਬਜਟ। ਹੁਣ ਗਵਰਨਮੈਂਟ ਚਲਾਉਣ ਵਾਸਤੇ ਲੋਨ ਲੈਂਦੀ ਹੈ, ਵਿਦ ਇਨ ਕੰਟਰੀ ਵੀ ਲੈਂਦੀ ਹੈ ਔਰ ਬਾਹਰੋਂ ਵੀ ਲੋਨ ਲੈਂਦੀ ਹੈ। ਇਹਦੇ 'ਚ ਐਸੈਟ ਰਿਡਿਊਸ ਹੋ ਰਹੇ ਨੇ ਤੇ ਲਾਇਬਿਲਿਟੀ ਕ੍ਰੀਏਟ ਹੋ ਰਹੀ ਹੈ, ਮਤਲਬ ਆਪੋਜ਼ਿਟ ਹੋ ਰਹੇ ਇੱਕ ਦੂਸਰੇ ਦੇ। ਬਿਲਕੁਲ। ਔਰ ਦੇਖੋ ਇੱਕ ਪਾਸੇ ਉਹ ਚੀਜ਼ਾਂ ਜਿਹੜੇ ਪੈਸੇ ਲੋਨ ਲੈ ਰਹੀ ਹੈ ਕਾਹਦੇ ਲਈ ਖਰਚ ਰਹੀ ਹੈ? ਦੇਸ਼ ਦੇ ਵਿਕਾਸ ਦੇ, ਮਤਲਬ ਸੜਕਾਂ ਬਣਾਉਣ ਲਈ, ਡਿਮਾਂਡ ਵੀ, ਇਹ ਸਾਰਾ ਆ ਗਿਆ ਪੂੰਜੀਗਤ ਖਰਚ ਆ ਗਿਆ, ਜਿਹਨਾਂ ਦੇਣਦਾਰੀਆਂ 'ਚ ਤੇ ਕਮੀ ਹੁੰਦੀ ਹੈ ਤੇ ਪਰਿਸੰਪਤੀਆਂ ਦਾ ਨਿਰਮਾਣ ਹੁੰਦਾ ਹੈ। ਠੀਕ ਹੈ ਜੀ, ਇਹ ਵੀ ਕੁਐਸਚਨ ਆ ਸਕਦਾ। ਤੇ ਬਜਟ ਦੀ ਉਹੀ ਗੱਲ ਹੈ ਕਿ ਰੈਵਨਿਊ, ਤੇ ਮੈਂ ਨਾ ਬਾਰ-ਬਾਰ ਬੱਚਿਆਂ ਨੂੰ ਗਾਈਡ ਕਰਦਾ ਹੁੰਦਾ ਕਾਮਰਸ ਵਾਲਿਆਂ ਨੂੰ ਕਿ ਤੁਸੀਂ ਜਿਹੜੇ ਡਾਇਗਰਾਮ ਬਣਾਉਣ ਦੀ ਆਦਤ ਬਣਾਓ ਤੇ ਉਹ ਫਲੋ ਚਾਰਟ ਵਾਂਗੂ ਚੱਲਣੇ ਚਾਹੀਦੇ ਨੇ। ਕਿ ਜਿਸ ਤਰ੍ਹਾਂ ਹੁਣ ਕਹਿ ਰਹੇ ਨੇ ਗਵਰਨਮੈਂਟ ਬਜਟ ਹੈ, ਉਹਦੇ 2 ਪਾਰਟ ਹੈਗੇ ਨੇ, ਫਿਰ ਉਸ ਦੇ ਰੈਵਨਿਊ ਬਜਟ ਸਾਨੂੰ ਸਮਝ ਆ ਗਿਆ, ਕੈਪੀਟਲ ਆ ਗਿਆ, ਫਰਦਰ ਉਹਨਾਂ ਦੇ ਪਾਰਟ ਸਮਝਾ ਦਈਏ। ਤੇ ਇਸ ਤਰ੍ਹਾਂ ਕੁਐਸਚਨ ਨੂੰ ਸਮਝਣਾ ਬੜਾ ਆਸਾਨ ਹੁੰਦਾ, ਕਿਉਂਕਿ ਸਾਡੇ ਸਬਜੈਕਟ ਵਿੱਚ ਬਿਨਾਂ ਸਮਝਿਆ ਤੇ ਕੁਝ ਹੋ ਨਹੀਂ ਸਕਦਾ ਹੈਗਾ। ਕਿਉਂਕਿ ਜਦੋਂ ਤੁਸੀਂ ਜੌਬ 'ਚ ਜਾਣਾ ਹੈਗਾ ਆ, ਤੁਹਾਨੂੰ 100% ਆਪਣੀ ਕਲੀਅਰਿਟੀ ਹੋਣੀ ਚਾਹੀਦੀ ਆ। ਅਗਰ 1 ਰੁਪਏ ਦਾ ਵੀ ਹੇਰਾਫੇਰੀ ਹੋ ਗਈ, ਅੱਗੇ ਪਿੱਛੇ ਹੋ ਗਿਆ, ਤਾਂ ਉਹ ਤੇ ਗਿਆ ਨਾ ਫਿਰ ਬੱਚਾ, ਉਹ ਕਾਮਰਸ ਦਾ ਵਿਦਿਆਰਥੀ ਤਾਂ ਕਹਿਲਾਊਗਾ ਨਹੀਂ। ਤੇ ਇਸ ਕਰਕੇ ਮੈਂ ਸੋਚਦਾ ਹੁੰਦਾ ਕਿ ਇਸ ਤਰ੍ਹਾਂ ਦੇ ਚਾਰਟ ਆਪਾਂ ਮੋਟੀਵੇਟ ਕਰਿਆ ਕਰੀਏ ਟੀਚਰਸ ਨੂੰ ਵੀ ਕਿ ਉਹ ਇਹਨਾਂ ਨੂੰ ਸਕਰੀਨਸ਼ਾਟ ਲੈ ਕੇ ਤੇ ਬੱਚਿਆਂ ਨੂੰ ਕਲਾਸ ਵਿੱਚ ਦਿਆ ਕਰਨ। ਤੇ ਅਗਰ ਆ ਲੱਗਾ ਆ, ਸੋਚੋ ਇਹ ਸਾਰਾ ਬਜਟ ਸਿਰਫ ਇਸ ਡਾਇਗਰਾਮ ਦੇ ਨਾਲ ਹੀ ਕਲੀਅਰ ਹੋ ਸਕਦਾ ਹੈ। ਇਹ ਡਾਇਗਰਾਮ ਹੀ ਆਪਣੇ ਆਪ 'ਚ ਪੂਰੇ ਬਜਟ ਦੇ, ਗਵਰਨਮੈਂਟ ਬਜਟ ਦੇ ਸਟਰਕਚਰ ਨੂੰ ਐਕਸਪਲੇਨ ਕਰ ਰਿਹਾ ਨਾ। ਪਹਿਲੇ ਰੈਵਨਿਊ ਬਜਟ, ਕੈਪੀਟਲ ਬਜਟ 'ਚ ਵੰਡਿਆ, ਰੈਵਨਿਊ ਨੂੰ ਰੈਵਨਿਊ ਰਿਸੀਵਡ ਔਰ ਰੈਵਨਿਊ
ਐਕਸਪੈਂਡੀਚਰ ਵੰਡਿਆ, ਅਸੀਂ ਪਿੱਛੇ ਦੋਨੋਂ ਡਿਸਕਸ ਕੀਤੇ ਨੇ, ਕੈਪੀਟਲ ਰਿਸੀਪਟ ਔਰ ਕੈਪੀਟਲ ਐਕਸਪੈਂਡੀਚਰ ਚ ਵੰਡਿਆ। ਠੀਕ ਔਰ ਹੈ ਜਿਹੜਾ ਰੈਵਨਿਊ ਰਿਸੀਪਟ ਉਹ ਚ ਕੀ ਨੇ, ਟੈਕਸ ਰੈਵਨਿਊ ਔਰ ਨਾਨ ਟੈਕਸ ਰੈਵਨਿਊ। ਇਸੇ ਤਰੀਕੇ ਨਾਲ ਜਿਹੜਾ ਰੈਵਨਿਊ ਐਕਸਪੈਂਡੀਚਰ ਹੈ ਉਹਦੇ ਚ ਜਿਹੜਾ ਹੈ प्लान रेवेन्यू एक्सपेंडिचर है और नॉन प्लान ਨੌਨ रेवेन्यू ਪਲਾਨ ਵੀ ਆਏਗਾ, एक्सपेंडिचर है। ਠੀਕ ऐसे ਹੈ ਤੇ कैपिटल एक्सपेंडिचर भी ਵੱਡਿਆ ਹੈ ਸੀ। ਯਾਨੀ ਸਾਰਾ ਬਜਟ ਦੇ ਕੰਪੋਨੈਂਟ ਜਿਹੜੇ ਨੇ, ਬਜਟ ਦੀ ਪ੍ਰੋਸੈਸ ਕੀ ਹੈ। ਜੇ ਟੀਚਰ ਬੱਚਿਆਂ ਨੂੰ ਇਹ ਸਾਰੇ ਪੁਆਇੰਟ ਕਲੀਅਰ ਕਰ ਦੇ ਔਰ ਇੱਕ ਚਾਰਟ ਦੇ ਦੇ ਤੇ ਆਟੋਮੈਟਿਕਲੀ ਬੱਚੇ ਆਪਣੀ ਲੈਂਗੁਏਜ ਨੂੰ ਲਿਖ ਰਹੇ ਨੇ। ਕੱਲ ਹੀ ਮੇਰੇ ਨਾਲ ਇੱਕ ਬੱਚੀ ਕਹਿ ਰਹੀ ਸੀ, ਸਰ ਜ਼ਰੂਰੀ ਤੇ ਨਹੀਂ ਕਿ ਅਸੀਂ ਜੋ ਕਿਤਾਬ 'ਚ ਲਿਖਿਆ ਉਹ ਲਿਖੀਏ। ਨਾ ਮੈਂ ਕਿਹਾ ਨਹੀਂ ਬੇਟਾ, ਜ਼ਰੂਰੀ ਨਹੀਂ ਹੈ। ਜੋ ਤੁਹਾਨੂੰ ਸਮਝ ਆ ਰਿਹਾ, ਜੋ ਤੁਹਾਨੂੰ ਸਮਝਾਇਆ ਜਾ ਰਿਹਾ, ਤੁਸੀਂ ਆਪਣੀ ਜਿਹੜੀ ਲੇਮਨ ਲੈਂਗੁਏਜ ਜਿਹੜੀ ਜੀ ਹੈ ਉਹਦੇ ਚ ਕਰ, ਉਹਨੂੰ ਯੂਜ਼ ਕਰੋ, ਜੀ। ਤਾਂ ਵੀ ਤੁਹਾਨੂੰ ਐਗਜ਼ਾਮ ਦੇ ਕਿਉਂਕਿ ਇਕਨੋਮਿਕਸ ਦੀ ਜਾਏਗਾ। ਕਮਰਸ ਦੀ ਜਿਹੜੀ ਭਾਸ਼ਾ ਹੈ ਨਾ, ਮੈਂ ਸੋਚਦਾ ਨਾ ਇਹ ਲੇਮਨ ਭਾਸ਼ਾ ਹੀ ਹੈਗੀ ਆ। ਬਿਲਕੁਲ ਜੀ, ਬਿਲਕੁਲ। ਕਿਉਂਕਿ ਅਗਰ ਉਹ ਕੀ ਨਾ ਤੁਹਾਡੇ ਸਮਝਾਉਣ ਨਾਲ ਸਾਹਮਣੇ ਵਾਲੇ ਨੂੰ ਨਹੀਂ ਸਮਝ ਆ ਰਿਹਾ ਤਾਂ ਬਿਜ਼ਨਸ ਤਾਂ ਕਰ ਹੀ ਨਹੀਂ ਪਾਓਗੇ ਤੁਸੀਂ, ਬਿਲਕੁਲ, ਠੀਕ ਹੈ ਨਾ ਜੀ। ਤੇ ਇਸ ਤੋਂ ਬਾਅਦ ਹੁਣ ਆਪਾਂ ਆ ਜਾਈਏ ਰੈਵਨਿਊ ਰਿਸਿਪਟ, ਇਹਨੂੰ ਐਕਸਪਲੇਨ ਕਰ ਦਿਓ। ਰਾਜਸਵ ਪ੍ਰਾਪਤੀਆਂ ਦੇਖੋ, ਰੈਵਨਿਊ ਸਭ ਤੋਂ ਵੱਡਾ ਪੋਰਸ਼ਨ ਸੀਗਾ, ਰੈਵਨਿਊ ਔਰ ਇੱਕ ਐਕਸਪੈਂਡੀਚਰ, ਜੀ ਠੀਕ ਹੈ ਜੀ। ਹੁਣ ਰੈਵਨਿਊ ਜਿਹੜੀਆਂ ਰਿਸੀਪਟ ਕੀ ਨੇ, all the money received of the government which do not create any liability or do not reduce the assets of the, ਕੋਈ ਲਾਇਬਿਲਿਟੀ ਕ੍ਰੀਏਟ ਨਹੀਂ ਕਰ ਰਹੇ, ਕੋਈ ਗਵਰਨਮੈਂਟ ਦੇ ਜਿਹੜੇ ਐਸੈਟ ਰਿਡਿਊਸ ਨਹੀਂ ਹੋ ਰਹੇ, ਉਹਨੂੰ ਅਸੀਂ ਕਹਿੰਦੇ ਰੈਵਨਿਊ ਰਿਸੀਪਟ। ਯਾਨੀ ਜੋ ਹੈ ਆ ਰਿਹਾ, ਬਸ ਪੰਜਾਬੀ ਵਾਲੀ ਗੱਲ ਕਹੀਏ ਕਿ ਆ ਰਿਹਾ, ਗਵਰਨਮੈਂਟ ਕੋ ਨੁਕਸਾਨ ਨਹੀਂ ਹੋ ਰਿਹਾ। ਫॉर एग्जांपल ਨਾਨ ਟੈਕਸ ਰਿਸੀਪਟ ਐਂਡ ਦਾ ਨਾਨ ਟੈਕਸ ਵੀ ਮਿਲਦੇ ਨੇ। ਟੈਕਸ ਕਿੰਨੇ ਤਰ੍ਹਾਂ ਦੇ ਨੇ ਉਹ ਅੱਗੇ ਡਿਸਕਸ ਕਰਾਂਗੇ। ਨਾਨ ਟੈਕਸ ਰਿਸੀਪਟ ਜਿਵੇਂ ਕਿ ਫੀਸ ਆ ਗਿਆ, ਫਾਈਨ ਆ ਗਿਆ, ਪਰਮਿਟ ਆ ਗਿਆ, ਲਾਇਸੈਂਸ ਫੀਸ ਆ ਗਏ, ਗਿਫਟਸ ਆ ਗਏ, ਇਹ ਸਭ ਚੀਜ਼ਾਂ ਜਿਹੜੀਆਂ ਆ ਗਈਆਂ ਉਹ ਰੈਵਨਿਊ ਰਿਸੀਪਟ 'ਚ ਆਉਂਦੀਆਂ। ਇਹ ਰੈਵਨਿਊ ਵਧਾ ਰਹੀ ਹੈਗੀ ਆ। ਹਾਂ ਬਿਲਕੁਲ ਬਿਲਕੁਲ, ਠੀਕ ਹੈ ਜੀ। ਇਹ ਟੈਕਸਸ ਬਾਰੇ ਦੱਸ ਦਿਓ। ਹਾਂ ਹੁਣ ਟੈਕਸਿਸ ਦੇਖੋ, ਬਹੁਤ ਇੰਪੋਰਟੈਂਟ ਗੱਲ ਹੈ। ਸਾਰਾ ਜਿਹੜਾ ਬਿਜ਼ਨਸ ਕਮਿਊਨਿਟੀ, ਹਰ ਬੰਦਾ ਇਹੀ ਨਜ਼ਰ ਜਿਹੜਾ ਰੱਖੀ ਹੁੰਦੀ ਉਹਨੇ ਕਿ ਐਤਕੀ ਬਜਟ 'ਚ ਟੈਕਸ ਵਧਣਗੇ ਕਿ ਘਟਣਗੇ। ਤੇ ਟੈਕਸ ਹਨ ਕੀ, ਪਹਿਲੇ ਤੇ ਤੁਸੀਂ ਉਹਨੂੰ ਦੇਖੀ। ਤੇ ਕਰ ਕਾਨੂੰਨੀ ਤੌਰ ਤੇ ਲਾਜ਼ਮੀ ਭੁਗਤਾਨ ਹੈ ਜੋ ਕਿਸੇ ਦੇਸ਼ ਦੀ ਸਰਕਾਰ ਦੁਆਰਾ ਲੋਕਾਂ ਦੀ ਆਮਦਨ ਜਾਂ ਜਾਇਦਾਦ ਉੱਤੇ ਲਗਾਇਆ ਜਾਂਦਾ ਹੈ। ਕੰਪਨੀਆਂ ਦੇ ਉੱਤੇ ਵੀ ਲਗਾਇਆ ਜਾਂਦਾ ਜੀ। ਇਹ ਕੰਪਨੀਆਂ ਦੇ ਉਤਪਾਦਨ ਉੱਪਰ ਲੱਗਦਾ ਹੈ, ਪਰੰਤੂ ਇਸ ਦੇ ਬਦਲੇ 'ਚ ਕੋਈ ਲਾਭ ਦੇਣਾ ਲਾਜ਼ਮੀ ਨਹੀਂ ਹੁੰਦਾ। ਠੀਕ ਹੈ। ਦੇਖੋ, ਐਡੇ ਵੱਡੇ ਦੇਸ਼ ਨੂੰ ਚਲਾਉਣ ਵਾਸਤੇ ਇਨਕਮ ਕਿੱਥੋਂ ਆਣੀ ਸਰਕਾਰ ਕੋਲ? ਸਭ ਤੋਂ ਵੱਡਾ ਜਰੀਆ ਜਿਹੜਾ ਸਰਕਾਰੀ ਇਨਕਮ ਦਾ ਉਹ ਸਾਡਾ ਜਿਹੜਾ ਟੈਕਸਿਸ ਨੇ ਔਰ ਨਾਨ ਟੈਕਸ ਰਿਸੀਪਟ ਹਨ, ਲੇਕਿਨ ਸਭ ਤੋਂ ਵੱਡਾ ਜਰੀਆ ਤਾਂ ਟੈਕਸ ਹੀ ਹੈ। ਉਹ ਸਭ ਤੋਂ ਜ਼ਿਆਦਾ ਆਪਾਂ ਟੈਕਸ ਤੇ ਕਰਾਂਗੇ। ਔਰ ਪਿੱਛੇ ਡਾਟਾ ਨਿਕਲ ਕੇ ਆਇਆ ਸੀ ਕਿ ਸਾਡੇ ਦੇਸ਼ ਦੇ ਵਿੱਚ 140 ਕਰੋੜ ਦੇ ਦੇਸ਼ ਦੇ ਵਿੱਚ 6 ਕਰੋੜ ਲੋਕ ਟੈਕਸ ਦੇ ਰਹੇ ਨੇ। ਅੱਛਾ ਜੀ। ਔਰ ਸਰਕਾਰ ਦਾ ਮੋਟਿਵ ਹੈ ਕਿ ਇਸ ਦਾਇਰੇ ਨੂੰ ਵਧਾਇਆ ਜਾਵੇ ਤੇ ਮੈਕਸਿਮਮ ਲੋਕ ਸਰਕਾਰ ਨੂੰ ਟੈਕਸ ਦੇਣ। ਇਹ ਮੈਂਡੇਟਰੀ ਆ ਜੀ, ਇਹ ਕਰਨਾ ਪਏਗਾ ਕਿਉਂਕਿ ਕੋਈ ਵੀ ਸਰਕਾਰ ਚੱਲੇਗੀ ਤੇ ਬਿਨਾਂ ਟੈਕਸ ਕਾਨੂੰਨੀ ਤੌਰ ਤੇ ਦੇਣਾ ਹੈ ਜੀ। ਸਰਕਾਰ ਜੋ ਕਹੇਗੀ ਕਾਨੂੰਨੀ ਤੌਰ ਤੇ ਦੇਣਾ ਹੀ ਪਏਗਾ, ਕਿਉਂਕਿ ਉਹਦੇ ਬਿਨਾਂ ਹੋ ਨਹੀਂ ਸਕਦਾ ਨਾ ਕਿ ਅਗਰ ਆਪਾਂ ਸਰਕਾਰ ਚਲਾਉਣਾ ਚਾਹੁੰਦੇ ਆ ਕਿ ਬਿਨਾਂ ਟੈਕਸ ਦੇ ਕਿਸ ਤਰ੍ਹਾਂ ਚੱਲੇਗੀ। ਤੇ ਇਹ ਜਿਹੜਾ ਫੰਡ ਆਪਾਂ ਗਵਰਨਮੈਂਟ ਨੂੰ ਦਿੰਦੇ ਹੈਗੇ ਆ। ਹੁਣ ਇਹਦੇ ਕਰੈਕਟਰਿਸਟਿਕ ਵੀ ਸਮਝਾ ਦਿਓ, ਵਿਸ਼ੇਸ਼ਤਾਵਾਂ। ਜੋ ਡੈਫੀਨੇਸ਼ਨ ਪੜ੍ਹੀ ਹੈ ਉਹਦੇ ਵਿੱਚੋਂ ਹੀ 4 ਪੁਆਇੰਟਸ ਅਸੀਂ ਲੈ ਕੇ, ਜਿਵੇਂ ਹੁਣੇ ਤੁਸੀਂ ਗੱਲ ਕਿ ਇੱਕ ਤੇ ਜ਼ਰੂਰੀ ਭੁਗਤਾਨ ਹੈ ਜੀ, ਮੈਂਡੇਟ ਜੋ ਸਰਕਾਰ ਨੇ ਕਹਿ ਦਿੱਤਾ ਟੈਕਸ ਦੇਣਾ ਜ਼ਰੂਰੀ ਹੈ ਕਿ ਉਹ ਕਾਨੂੰਨੀ ਵਿਵਸਥਾ ਹੈ, ਇਹਦੇ ਵਾਸਤੇ ਲੀਗਲ ਪ੍ਰੋਸੀਜਰ ਹੈ। ਫਿਰ ਜਿਹੜਾ ਟੈਕਸ ਹੈ ਉਹ ਸਮਾਜਿਕ ਕਲਿਆਣ ਦੇ ਲਈ ਹੈ, ਸੋਸ਼ਲ ਵੈਲਫੇਅਰ ਆਫ ਦਾ ਪੀਪਲ ਆਫ ਦਾ ਕੰਟਰੀ। ਔਰ ਪਰਸਨਲ ਰਿਸਪੌਂਸਿਬਿਲਿਟੀ ਹੈ ਉਸ ਜਿਹੜਾ ਟੈਕਸ ਪੇਅਰ ਦੀ ਕਿ ਉਹਨੇ ਜਿਹੜਾ ਹੈ ਇਸ ਨੂੰ ਦੇਣਾ ਹੀ ਦੇਣਾ ਹੈ। ਟੈਕਸ ਜਿਹੜਾ ਗਵਰਨਮੈਂਟ ਨੇ ਉਹਨਾਂ ਕੋਲ ਲੈਣਾ ਹੈ। ਇਹ ਜੇ ਕੋਈ ਪੇ ਨਹੀਂ ਕਰਦਾ ਤੇ ਸਰਕਾਰ ਉਹਦੇ ਤੇ ਕਾਨੂੰਨੀ ਤੌਰ ਤੇ ਵੀ ਕੋਈ ਨਾ ਕੋਈ ਐਕਸ਼ਨ ਲੈ ਸਕਦੀ ਹੈ। ਅੱਛਾ, ਇਹ ਪੁਆਇੰਟ ਵੀ ਬਣ ਗਿਆ ਔਰ ਇਹ ਛੋਟਾ ਕੁਐਸਚਨ ਵੀ ਤਿਆਰ ਹੋ ਗਿਆ। ਵਾਟ ਆਰ ਦਾ ਕਰੈਕਟਰਿਸਟਿਕਸ ਆਫ ਦਾ ਟੈਕਸ? ਕਰ ਦੀ ਵਿਸ਼ੇਸ਼ਤਾ ਕੀ ਹਨ? ਤੇ ਇਹ 4 ਕੁਐਸਚਨ ਉਹੀ ਡੈਫੀਨੇਸ਼ਨ ਦੇ ਵਿੱਚੋਂ 4 ਪੁਆਇੰਟ ਲਿੱਤੇ ਗਏ ਨੇ। ਜਿਹੜਾ ਕੁਐਸਚਨ ਸਾਡਾ ਤਿਆਰ ਹੋ ਜਾਂਦਾ ਇਹਦੇ ਨਾਲ। ਤੇ ਸਮਾਜਿਕ ਕਲਿਆਣ ਲਈ ਕਰਨਾ ਪਰ ਹਾਂਜੀ ਬਿਲਕੁਲ ਜੀ। ਦੇਖੋ, ਮੇਨ ਮਕਸਦ ਕਿਸੇ ਸਰਕਾਰ ਦਾ ਹੈ ਹੀ ਸੋਸ਼ਲ ਵੈਲਫੇਅਰ। ਸਾਡਾ ਦੇਸ਼ ਜਿਹੜਾ ਉਹ ਸੋਸ਼ਲ ਸਟੇਟ ਹੈ ਇੱਕ ਕਿਸਮ ਦੀ। ਉਸ ਦੇ ਵਿੱਚ ਸਾਡਾ ਮੇਨ ਮਕਸਦ ਲੋਕਾਂ ਦੇ ਭਲਾਈ ਦੀ ਕੰਮ ਕਰਨਾ ਹੈ। ਜੇ ਸੜਕਾਂ ਬਣਾਉਂਦੀ ਹੈ, ਹਸਪਤਾਲ ਖੋਲਦੀ ਹੈ ਜਾਂ ਸੈਨਾ ਰੱਖਦੀ ਹੈ, ਉਹ ਵੀ ਦੇਸ਼ ਦੇ ਰੱਖਿਆ ਦੇ ਲਈ ਹੈ। ਜਾਂ ਹੋਰ ਬਹੁਤ ਸਾਰੇ ਕੰਮ ਜਿਹੜੇ ਸਬਸਿਡੀ ਦਿੰਦੀ ਹੈ, ਦੇ ਆਲ ਕਮ ਅੰਡਰ ਦ ਕੈਟਾਗਰੀ ਆਫ ਸੋਸ਼ਲ ਵੈਲਫੇਅਰ, ਦੇਸ਼ ਦੇ ਲੋਕਾਂ ਦੇ ਸਮਾਜਿਕ ਭਲਾਈ ਦੇ ਕੰਮਾਂ ਦੇ ਲਈ। ਇਹਦੇ ਵਿੱਚ ਮੈਂ ਟੀਚਰਸ ਨੂੰ ਬੜਾ ਗਾਈਡ ਕਰਦਾ ਹੁੰਦਾ ਕਿ ਜਿਸ ਤਰ੍ਹਾਂ ਹੁਣ ਟੈਕਸ ਦਾ ਆਖਰੀ ਮਹੀਨਾ ਆਉਣਾ ਨਾ ਸਾਡਾ, ਤੇ ਮੈਂ ਕਹਿੰਦਾ ਹੁੰਦਾ ਵੀ ਇਹ ਤੁਹਾਡੀ ਨਿੱਜੀ ਜ਼ਿੰਮੇਵਾਰੀ ਜੇ ਤੁਸੀਂ ਇਹਨੂੰ ਕੈਲਕੂਲੇਟ ਕਰ ਲਓ ਕਿੰਨਾ ਤੁਹਾਡਾ ਲਾਸਟ ਪੇ ਵਿੱਚੋਂ ਕੱਟਣਾ ਬਣਦਾ ਹੈਗਾ ਆ। ਕਿਉਂਕਿ ਇਹਦੇ ਵਾਸਤੇ ਸਕੂਲ ਰਿਸਪੌਂਸਿਬਲ ਨਹੀਂ ਹੈਗਾ। ਕਿਤੇ ਨਾ ਕਿਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰਾ ਜਿਹੜੀ ਦੇਣਦਾਰੀ ਹੈਗੀ ਉਹ ਕਿੰਨੀ ਹੈਗੀ ਆ ਤੇ ਮੈਂ ਉਹਨੂੰ ਕਿਸ ਤਰ੍ਹਾਂ ਪੇ ਕਰਨਾ ਹੈਗਾ। ਦੇਖੋ, ਬਹੁਤ ਸੁੱਖ ਹੈ ਐਕਚੁਅਲੀ ਟੀਚਰਸ ਦੇ ਕੇਸ। ਮੈਂ ਦੇਖਿਆ ਇੰਪਲਾਈ ਜਿਹੜਾ ਹੈ ਨਾ, ਜੇ ਉਹ ਆਪਣੀ ਮੰਥਲੀ ਕੈਲਕੂਲੇਟ ਸੈਲਰੀ ਜਿੰਨੀ ਮਿਲਦੀ ਹੈ
ਉਹਨੂੰ 12 ਮਹੀਨੇ ਦੇ ਨਾਲ ਮਲਟੀਪਲਾਈ ਸਿੰਪਲ ਕਰ ਲਓ, ਠੀਕ ਹੈ ਜੀ। ਉਸ ਤੋਂ ਬਾਅਦ ਦੇਖ ਲਈ ਜਿੰਨੀਆਂ ਛੂਟਾਂ ਨੇ ਉਹਨਾਂ ਨੂੰ ਮਾਈਨਸ ਕਰ ਲਏ ਉਹਦੇ ਵਿੱਚੋਂ ਜੀ ਔਰ ਰੈਸਟ ਜਿਹੜਾ ਬਚਦਾ ਕਿਹੜੇ ਸਲੈਬ ਚ ਆਂਦਾ ਉਹਦੇ ਪਰਤਨੀਆਂ ਉਹਨੇ ਕੋਈ ਸੇਵਿੰਗ ਕੀਤੀਆਂ ਉਹ ਲੈਸ ਕਰ ਲਏ, ਉਹ ਜਿਹੜੇ ਸਲੈਬ ਚੋਂ ਆਂਦਾ ਉਹਦੇ ਬਦਲੇ ਉਹਨਾਂ ਟੈਕਸ ਉਹਦਾ ਬਣ ਜਾਂਦਾ ਔਰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਹਰ ਪੀਰੀਅਡ ਦੇ ਵਿੱਚ ਰੈਗੂਲਰਲੀ ਮੰਥਲੀ ਬੇਸਿਸ ਦੇ ਵਿੱਚ ਥੋੜਾ ਘਟਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਲਾਸਟ ਇੱਕਦਮ ਆ ਕੇ ਬੋਰਡਨ ਜਿਹੜਾ ਬੋਝ ਨਾ ਪਏ ਉਹਦੇ EMPLOYE ਨੂੰ ਪੂਰੀ ਸੈਲਰੀ ਨਾ ਦੇਣੀ ਪੈ ਜਾਏ ਜੀ ਜੀ ਤੇ ਬਰਡਨ ਨਾ ਹੋਵੇ। ਪਰ ਇਹ ਕਾਨੂੰਨੀ ਰੂਪ ਤੇ ਵੀ ਜ਼ਰੂਰੀ ਹੈਗਾ ਹੈ ਕਿ ਅਸੀਂ ਨਾਲ ਘਟਾਉਣਾ ਹੈਗਾ, ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਅਸੀਂ ਲਾਸਟ ਮੰਥ ਹੀ ਘਟਾ ਰਹੇ। ਇਹ ਇੱਕ ਲੀਗਲ ਪ੍ਰੋਸੀਜਰ ਵੀ ਹੈਗਾ ਹੈ ਕਿ ਆਪਾਂ ਨੂੰ ਦੇਣਾ ਹੀ ਪੈਣਾ ਆ, ਇਹਦੇ ਬਿਨਾਂ ਇਸ ਤਰ੍ਹਾਂ ਹੱਲ ਨਹੀਂ ਹੈਗਾ। ਤੇ ਇਸ ਤੋਂ ਬਾਅਦ ਆਪਾਂ ਕਰ ਰਹੇ ਟਾਈਪਸ ਕੀ ਹੈਗੇ ਨੇ ਜੀ? ਹਾਂਜੀ, ਟੈਕਸ ਦੀ ਕਿਸਮਾਂ ਕਿਹੜੀਆਂ ਨੇ, ਮੈਂ ਹੁਣੇ ਗੱਲ ਕਰ ਰਿਹਾ ਸੀ ਟੈਕਸ ਦੇ ਬਾਰੇ, ਅਸੀਂ ਅੱਗੇ ਗੱਲ ਕਰਾਂਗੇ। ਸਭ ਤੋਂ ਪਹਿਲੇ ਤਾਂ ਮੇਨ ਰੂਪ ਚ ਅਸੀਂ ਇਹਨੂੰ ਵੰਡਦੇ ਡਾਇਰੈਕਟ ਟੈਕਸ ਔਰ ਇਨਡਾਇਰੈਕਟ। ਡਾਇਰੈਕਟ ਮੈਨਾਂ ਸਿੱਧਾ ਪ੍ਰਤੱਖ ਕਰ, ਉਹ ਕਰ ਜਿਹੜੇ ਸਿੱਧਾ ਸਰਕਾਰ ਮਨੁੱਖਾਂ ਦੇ ਉੱਤੇ ਲਗਾਏ ਜਾਂਦੇ ਨੇ ਔਰ ਉਹਨਾਂ ਕੋਲੋਂ ਲੈਂਦੀ ਹੈ। ਫॉर एग्जांपल ਇਨਕਮ ਟੈਕਸ, ਠੀਕ, ਸਰਕਾਰ ਜਿਹੜੇ ਬੰਦੇ ਤੇ ਲਗਾਉਂਦੀ ਹੈ ਉਹ ਆਦਮੀ ਉਸ ਟੈਕਸ ਨੂੰ ਸਿੱਧਾ ਪੇ ਕਰਦਾ ਹੈ, ਠੀਕ। ਇਹ ਕੁਐਸਚਨ ਬਣ ਗਿਆ ਸਾਡਾ ਵਾਟਰ ਦਾ ਡਾਇਰੈਕਟ ਟੈਕਸ ਜਾਂ ਪ੍ਰਤੱਖ ਕਰ ਕੀ ਹਨ, ਠੀਕ ਹੈ। ਔਰ ਦੂਸਰੇ ਪਾਸੇ ਇਨਡਾਇਰੈਕਟ ਟੈਕਸ ਉਹ ਜਿਹੜਾ ਹੈ ਪੇ ਤਾਂ ਕੋਈ ਹੋਰ ਕਰ ਰਿਹਾ ਹੈ ਲੇਕਿਨ ਵਾਪਸੀ ਉਸ ਬੰਦੇ ਕੋਲੋਂ ਉਹ ਲੈ ਰਿਹਾ ਹੈ। ਇੱਕ ਵਾਇਆ ਮੀਡੀਆ ਟੈਕਸ ਜਿਹੜਾ ਆ ਰਿਹਾ, ਫॉर एग्जांपल ਵੈਟ, ਕਸਟਮ ਡਿਊਟੀ, ਐਂਟਰਟੇਨਮੈਂਟ ਟੈਕਸ ਲਿੱਤਾ ਤਾਂ ਮੇਰੇ ਕੋਲ ਜਾ ਰਿਹਾ ਹੈ ਲੇਕਿਨ ਉਸ ਤੋਂ ਪਹਿਲੇ ਜਿਹੜੀ ਫਰਮ ਜਾਂ ਕਾਰਪੋਰੇਸ਼ਨ ਜਾਂ ਜਿਹੜਾ ਇੰਸਟੀਟਿਊਸ਼ਨ ਹੈ ਉਹ ਮੇਰੇ ਬਿਹਾਫ ਦੇ ਉੱਤੇ ਸਰਕਾਰ ਨੂੰ ਪੇ ਕਰਦਾ ਹੈ। ਦੇਖੋ ਡੈਫੀਨੇਸ਼ਨ ਕੀ ਕਹਿ ਰਹੀ ਹੈ, ਉਹ ਕਰ ਹੁੰਦੇ ਹਨ ਜੋ ਲਗਾਏ ਤਾਂ ਇੱਕ ਮਨੁੱਖ ਸੰਸਥਾ ਤੇ ਜਾਂਦੇ ਹਨ ਪਰੰਤੂ ਇਹਨਾਂ ਦਾ ਭਾਰ ਪੂਰਨ ਆਂਸ਼ਿਕ ਤੌਰ ਤੇ ਦੂਸਰੇ ਮਨੁੱਖਾਂ ਤੇ ਪਾਇਆ ਜਾ ਸਕਦਾ ਹੈ। ਠੀਕ ਹੈ ਜੀ, ਇੱਕ ਡਾਇਰੈਕਟ ਹੋ ਗਿਆ ਜੀ, ਇੱਕ ਇਨਡਾਇਰੈਕਟ ਟੈਕਸ ਹੋ ਗਿਆ। ਅਗਰ ਅਸੀਂ ਦੋ ਸਮਝ ਲਈਏ ਕਿਸਮਾਂ ਦੇ ਵੀ ਕੁਐਸਚਨ ਆ ਤੇ ਇਹ ਤੋਂ ਬਾਅਦ ਕੁਝ ਹੋਰ ਵੀ ਕਹਿਣਾ ਚਾਹੁੰਦਾ ਟਾਈਪ ਆਫ ਟੈਕਸਿਸ ਦੇ ਵਿੱਚ ਹੋਰ ਅਸੀਂ ਦੇਖਦੇ ਹਾਂ ਕਿ ਅਨੁਪਾਤਕ ਕਰ, ਪ੍ਰਪੋਰਸ਼ਨੇਟ ਤੇ ਉਹ ਕਰ ਜਿਨ੍ਹਾਂ ਵਿੱਚ ਆਮਦਨ ਦੇ ਵਧਣ ਨਾਲ ਕਰਾਂ ਦੀ ਦਰ ਸਮਾਨ ਰਹਿੰਦੀ, ਆਮਦਨ ਵੱਧ ਹੋਈ ਘੱਟ ਕਰ 'ਚ ਫਰਕ ਨਹੀਂ ਪੈਂਦਾ। ਇਨਕਮ ਟੈਕਸ 'ਚ ਦੇਖੋ ਆਮਦਨ ਵਧਦੀ ਹੈ ਸਲੈਬ ਵੱਧ ਜਾਂਦਾ, 20% ਹੈ ਫਿਰ 30% ਦਾ ਸਲੈਬ ਹੈ, ਲੇਕਿਨ ਇਹ ਪ੍ਰਪੋਰਸ਼ਨਲ ਕਰ ਜਿਹੜੇ ਨੇ ਜਿਨ੍ਹਾਂ 'ਚ ਆਮਦਨ ਦੇ ਵਧਣ ਨਾਲ ਕਰਾਂ ਦੀ ਦਰ ਸਮਾਨ ਰਹਿੰਦੀ ਹੈ। ਉਸ ਤਰ੍ਹਾਂ ਪ੍ਰੋਗਰੈਸਿਵ ਕਰ ਪ੍ਰਗਤੀਸ਼ੀਲ ਉਹ ਕਰ ਜਿਨ੍ਹਾਂ ਵਿੱਚ ਆਮਦਨ ਦੇ ਵਧਣ ਨਾਲ ਕਰਾਂ ਦੀ ਦਰ ਵੀ ਵੱਧਦੀ ਹੈ ਜੀ, ਆਮਦਨ ਵਧੀ ਤੇ ਕਰ ਵੀ ਉਸ ਤਰੀਕੇ ਨਾਲ ਵੱਧ ਜਾਂਦਾ ਹੈ। ਰਿਗਰੈਸਿਵ ਯਾਨੀ ਪ੍ਰਤੀਗਾਮੀ ਉਹ ਕਰ ਜਿਨ੍ਹਾਂ ਵਿੱਚ ਆਮਦਨ ਦੇ ਵਧਣ ਨਾਲ ਕਰ ਦੀ ਦਰ ਘਟਦੀ ਹੈ, ਜੇ ਆਮਦਨ ਵਧੀ ਤੇ ਘੱਟ ਟੈਕਸ ਲੱਗਦਾ ਹੈ ਉਹਨੂੰ ਅਸੀਂ ਕਹਿੰਦੇ ਆ ਰਿਗਰੈਸਿਵ ਟੈਕਸ ਜਿਹੜੀ ਜਾਂ ਪ੍ਰਤੀਗਾਮੀ। ਤਿੰਨ ਟਾਈਪਸ ਦੇ ਆਪਾਂ ਕਰ ਸਕਦੇ ਹਾਂ ਜੀ। ਨਾਨ ਟੈਕਸ ਰੈਵਨਿਊ ਰਿਸਿਪਟ ਤੇ ਆ ਜੀ ਹੁਣ ਦੇਖੋ ਹੁਣੇ ਪਿੱਛੇ ਅਸੀਂ ਗੱਲ ਕੀਤਾ ਸੀਗਾ ਟੈਕਸ ਦੇ ਵਿੱਚ ਕਿ ਟੈਕਸ ਰਿਸੀਪਟ ਐਂਡ ਨਾਨ ਟੈਕਸ ਰਿਸੀਪਟ। ਨਾਨ ਟੈਕਸ ਰਿਸੀਪਟ ਕੀ ਹੋ ਗਈਆਂ, ਗੈਰ ਕਰ ਤੋਂ ਇਲਾਵਾ ਜਿਹੜੇ ਗਵਰਨਮੈਂਟ ਦੇ ਹੋਰ ਦੂਸਰੇ ਸੋਰਸ ਤੋਂ ਜਿਹੜੀ ਆਮਦਨ ਹੈ ਉਹਨਾਂ ਨੂੰ ਅਸੀਂ ਨਾਨ ਟੈਕਸ ਰਿਸੀਪਟ ਕਹਿੰਦੇ, ਜਿਵੇਂ ਫੀਸ ਲੈਂਦੀ ਹੈ, ਲਾਇਸੈਂਸ ਫੀਸ ਲੈਂਦੀ ਹੈ, ਫਾਈਨਸ ਐਂਡ ਪੈਨਲਟੀਜ਼ ਲੈਂਦੀ ਹੈ, ਗਿਫਟ ਐਂਡ ਗ੍ਰਾਂਟਸ ਹੈ, ਇਨਕਮ ਫਰਮ ਪਬਲਿਕ ਐਕਸਪੈਂਡੀਚਰ ਹੈ, ਜਾਂ ਹੋਰ ਵੀ ਜਿਹੜੇ ਫਰਮਾਂ ਦੇ ਵਿੱਚ ਉਹਨੇ ਇਨਵੈਸਟ ਕੀਤੇ ਉਹਨਾਂ ਤੋਂ ਉਹਨਾਂ ਨੂੰ ਲਾਭਾਂਸ਼ ਮਿਲਦਾ ਜਿਹਨੂੰ ਕਹਿੰਦੇ ਡਿਵੀਡੈਂਡ ਮਿਲਦਾ ਹੈ ਜਾਂ ਪ੍ਰੋਫਿਟ ਆਉਂਦਾ ਹੈ। ਇਹ ਸਾਰੀਆਂ ਚੀਜ਼ਾਂ ਨਾਨ ਟੈਕਸ ਰੈਵਨਿਊ ਰਿਸੀਵ ਨੇ ਜਿਹੜੀਆਂ ਕਿ ਗਵਰਨਮੈਂਟ ਦੀ ਆਮਦਨ ਦਾ ਸਾਧਨ ਹਨ। ਠੀਕ ਹੈ ਜੀ, ਇਸ ਤੋਂ ਬਾਅਦ ਆ ਗਿਆ ਕੈਪੀਟਲ ਬਜਟ। ਹਾਂਜੀ, ਹੁਣ ਪੂੰਜੀਗਤ ਬਜਟ ਦੇ ਬਾਰੇ ਅੱਗੇ ਗੱਲ ਕਰਾਂਗੇ। ਉਹਦੀ ਇੱਕ ਪਰਿਭਾਸ਼ਾ ਛੋਟੀ ਜੀ ਹੈ ਕਿ ਪੂੰਜੀਗਤ ਬਜਟ ਵਿੱਚ ਪੂੰਜੀਗਤ ਪ੍ਰਾਪਤੀਆਂ ਤੇ ਲੰਮੇ ਸਮੇਂ ਦੇ ਖਰਚ ਦਾ ਵੇਰਵਾ ਹੁੰਦਾ ਹੈ ਕਿ ਸਰਕਾਰ ਦੁਆਰਾ ਪੂੰਜੀਗਤ ਜਿਹੜਾ ਪ੍ਰਾਪਤੀਆਂ ਕੀ ਹਨ ਔਰ ਲੰਬੇ ਸਮੇਂ ਦਾ ਖਰਚ ਉਹਦਾ ਕਿੱਥੇ ਕਿੱਥੇ ਹੋਣਾ ਹੈ। ਯਾਨੀ ਪ੍ਰੋਜੈਕਟ ਜੇ ਮੰਨ ਲਓ ਅੱਜ ਸ਼ੁਰੂ ਕਰਦੇ ਹਾਂ ਤਾਂ ਅੱਜ ਤੇ ਨਹੀਂ ਖਤਮ ਹੋ ਜਾਂਦਾ ਜੀ, ਉਹਨੂੰ ਆਗੇ 5 ਸਾਲ ਚੱਲਦਾ, 6 ਸਾਲ ਚੱਲਦਾ, ਉਹ 6 ਸਾਲ 'ਚ ਬਣ ਕੇ ਕੋਈ ਚੀਜ਼ ਪੂਰੀ ਹੁੰਦੀ ਹੈ ਤੇ ਉਹਦਾ ਵੇਰਵਾ ਵੀ ਜਿਹੜਾ ਉਹ ਕੈਪੀਟਲ ਬਜਟ ਦੇ ਵਿੱਚ ਆਉਂਦਾ ਹੈ ਜੀ। ਇਸ ਤੋਂ ਬਾਅਦ ਆ ਰਿਹਾ ਕੈਪੀਟਲ ਰਿਸਿਪਟ। ਹਾਂਜੀ, ਕੈਪੀਟਲ ਰਿਸੀਪਟ ਕਿੱਥੋਂ ਆਉਂਦੀ ਹੈ, ਜਿਵੇਂ ਪਹਿਲੇ ਗੱਲ ਕਰ ਚੁੱਕੇ ਹਾਂ ਅਸੀਂ ਇਹਦੇ ਬਾਰੇ, ਲੇਕਿਨ ਫਿਰ ਅਸੀਂ ਦੇਖੋ ਹੁਣ ਬੜੀ ਕਲੀਅਰ ਇੱਥੇ ਕੀ ਹੈ ਕਿ ਪੂੰਜੀ ਪ੍ਰਾਪਤੀਆਂ ਨਾਲ ਸਰਕਾਰ ਦੀ ਦੇਣਦਾਰੀ ਉਤਪੰਨ ਹੁੰਦੀ ਹੈ। ਮੰਨ ਲਓ ਉਧਾਰ ਲੈਂਦੀ ਹੈ ਸਰਕਾਰ ਨੂੰ ਦੇਸ਼ ਨੂੰ ਚਲਾਉਣ ਵਾਸਤੇ ਪੈਸੇ ਉਧਾਰ ਇੰਟਰਨਲ ਸੋਰਸਿਸ ਤੋਂ ਵੀ ਲੈਂਦੇ ਨੇ, ਛੋਟੀਆਂ ਬੱਚਤ ਜਿਵੇਂ ਅਸੀਂ NSE ਖਰੀਦਦੇ ਹਾਂ, ਵੀ ਜਿਹੜੇ KVP ਖਰੀਦਦੇ ਹਾਂ ਜਾਂ ਕੋਈ ਚੀਜ਼ਾਂ ਖਰੀਦਦੇ ਹਾਂ ਤੇ ਉਹ ਪੈਸਾ ਜਿਹੜਾ ਹੈ ਸਰਕਾਰ ਉਹਨੂੰ ਆਪਣੀ ਡਿਵੈਲਪਮੈਂਟਲ ਵਰਕ ਲਈ ਕੰਮ ਕਰਦੀ ਔਰ ਉਹਦੇ ਬਦਲੇ ਸਾਨੂੰ ਜਿਹੜਾ ਵਿਆਜ ਦਿੰਦੀ ਹੈ। ਔਰ ਇਹ ਕਰਜ਼ ਦੀ ਵਸੂਲੀ, ਵਿਨਿਵੇਸ਼, ਡਿਸਇਨਵੈਸਟਮੈਂਟ, ਇਹ ਸਭ ਚੀਜ਼ਾਂ ਜਿਹੜੀਆਂ ਹਨ ਗਵਰਨਮੈਂਟ ਨੂੰ ਜਿਹੜਾ ਕੈਪੀਟਲ ਰਿਸੀਪਟ ਦੇ ਵਿੱਚ ਆਉਂਦੀਆਂ ਹਨ। ਹੁਣ ਜਿਸ ਤਰ੍ਹਾਂ ਇਹ ਕਲੀਅਰ ਹੈ ਕਿ ਬਿਜ਼ਨਸ ਰਿਸਿਪਟ ਤੇ ਆ ਦੋ ਚੀਜ਼ਾਂ ਜੇ ਚੱਲਦੀਆਂ ਜਾਣ ਤੇ ਕਿਤੇ ਨਾ ਕਿਤੇ ਕਲੀਅਰ ਹੋ ਰਿਹਾ ਹੈਗਾ ਟੌਪਿਕ ਸਾਡਾ ਕਿ ਇਹ ਵੀ ਪਿੱਛੇ ਜੋ ਅਸੀਂ ਡਿਸਕਸ ਕੀਤੀਆਂ ਉਹਨਾਂ ਨੂੰ ਇੱਕ ਸਲਾਈਡ ਦੇ ਰੂਪ ਚ ਸਾਹਮਣੇ ਪੇਸ਼ ਕੀਤਾ ਕਿ ਇੱਕ ਡਿਫਰੈਂਸ ਵੀ ਆ ਗਿਆ। ਕੁਐਸਚਨ ਆ ਜਾਂਦਾ ਵਾਟ ਇਜ਼ ਦ ਡਿਫਰੈਂਸ ਬਿਟਵੀਨ ਕੈਪੀਟਲ ਰਿਸੀਪਟ ਐਂਡ ਦ ਰੈਵਨਿਊ ਰਿਸੀਪਟ, ਤਾਂ ਬੱਚਾ ਬੜੇ ਵਧੀਆ ਤਰੀਕੇ ਨਾਲ ਇਸ ਤਰੀਕੇ ਪਿਕਚਰ ਡਰਾ ਕਰਕੇ ਇਹ ਡਾਇਗਰਾਮ ਦੇ ਨਾਲ ਉਹਨੂੰ ਜਿਹੜਾ ਹੈ
ਦੱਸ ਸਕਦਾ ਹੈ? ਬਜਟ ਹੁਣ ਖਰਚਾ ਤਾਂ ਕਰਨਾ ਹੈ ਨਾ ਜੀ, ਕਿਉਂਕਿ ਰੈਵਨਿਊ ਤੇ ਬਹੁਤ ਗੱਲ ਹੋ ਗਈ ਜੇ, ਖਰਚਾ ਵੀ ਕੁਝ ਦੱਸਿਓ ਜੀ। ਦੇਖੋ, ਨੋ ਡਾਊਟ ਬਜਟ ਦਾ ਐਕਸਪੈਂਡੀਚਰ ਜਿਹੜਾ ਹੈ ਉਹਨੂੰ ਅਸੀਂ ਦੇਖੀਏ ਤੇ ਇੱਕ ਰੈਵਨਿਊ ਐਕਸਪੈਂਡੀਚਰ ਪਹਿਲੇ ਆਉਂਦੇ ਆ। ਔਰ 'ਚ ਕੀ ਹੈ, ਰਾਜਸਵ ਖਰਚ ਦੀਆਂ ਦੋ ਵਿਸ਼ੇਸ਼ਤਾਵਾਂ ਨੇ। ਪਹਿਲਾ, ਇਹ ਖਰਚ ਸਰਕਾਰ ਦੀ ਪਰਿਸੰਪਤੀਆਂ ਦਾ ਨਿਰਮਾਣ ਨਹੀਂ ਕਰਦੇ। ਇਸ ਪ੍ਰਕਾਰ ਦੇ ਖਰਚ ਨਾਲ ਸਰਕਾਰ ਦੀ ਦੇਣਦਾਰੀ ਵਿੱਚ ਕਮੀ ਨਹੀਂ ਹੁੰਦੀ। ਇਹ ਸਰਕਾਰ ਦੇ ਉਪਭੋਗੀ ਲੋੜਾਂ ਨੂੰ ਪੂਰਾ ਕਰਦੇ ਹਨ। ਫॉर एग्जाम्पल कर्मचारियों की तनख्वाह है, पेंशन है, बेरोजगारी भत्ता है, स्कॉलरशिप है, अनएम्प्लॉयमेंट अलाउंस या ओल्ड एज पेंशन है, सैलरी, दीज ऑल कम अंडर द जिहड़ा है रेवेन्यू एक्सपेंडिचर। ਕੈਪੀਟਲ ਪੂੰਜੀਗਤ ਖਰਚਾ ਜਿਹੜਾ ਹੈਗਾ ਜੀ। ਕੈਪੀਟਲ ਐਕਸਪੈਂਡੀਚਰ ਬਿਲਕੁਲ ਜੀ। ਦੇਖੋ, ਹੁਣ ਪਹਿਲੇ ਅਸੀਂ ਰੈਵਨਿਊ ਦੀ ਗੱਲ ਕੀਤੀ, ਹੁਣ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰਦੇ ਪਏ ਹਾਂ। ਪੂੰਜੀਗਤ ਖਰਚ ਨਾਲ ਸਰਕਾਰ ਦੀ ਪਰਿਸੰਪਤੀਆਂ ਦਾ ਨਿਰਮਾਣ ਕਰਦੀ ਹੈ। ਇਸ ਪ੍ਰਕਾਰ ਦੇ ਖਰਚ ਨਾਲ ਸਰਕਾਰ ਦੀ ਦੇਣਦਾਰੀ 'ਚ ਕਮੀ ਆਉਂਦੀ ਹੈ। ਅਜਿਹੇ ਖਰਚ ਨਾਲ ਅਰਥ ਵਿਵਸਥਾ ਦੇ ਭੰਡਾਰ ਵਿੱਚ ਵਾਧਾ ਹੁੰਦਾ ਹੈ ਅਤੇ ਸਰਕਾਰ ਦੀ ਦੇਣਦਾਰੀਆਂ ਵਿੱਚ ਕਮੀ ਹੁੰਦੀ ਹੈ। ਉਦਾਹਰਨ ਵਜੋਂ ਨਹਿਰਾਂ, ਸੜਕਾਂ, ਰੇਲਾਂ ਆਦਿ ਦੇ ਨਿਰਮਾਣ ਨੂੰ ਪੂੰਜੀਗਤ ਖਰਚ ਕਿਹਾ ਜਾਂਦਾ ਹੈ, ਜਿਹੜਾ ਕਿ ਕੈਪੀਟਲ ਐਕਸਪੈਂਡੀਚਰ ਦੇ ਅੰਡਰ ਆਉਂਦਾ ਹੈ। ਠੀਕ ਹੈ ਜੀ, ਜਾਣੀ ਕਿ ਮਤਲਬ ਆਪਾਂ ਨੂੰ ਦੋਵੇਂ ਕਲੀਅਰ ਹੋਣੇ ਚਾਹੀਦੇ ਨੇ। ਇੱਕ ਤੇ ਕੀ ਨਾ ਆ, ਉਸ ਤੋਂ ਬਾਅਦ ਅਸੀਂ ਕਿਤੇ ਨਾ ਕਿਤੇ ਆ ਜਾਵਾਂਗੇ। ਅਸੀਂ ਨਾ ਬਜਟ ਡੈਫਿਸਿਟ ਬਾਰੇ ਬਹੁਤ ਗੱਲ ਕਰਦੇ ਹੁੰਦੇ ਆ, ਤੇ ਬਜਟ ਵਿੱਚ ਹਰ ਵਾਰੀ ਅਸੀਂ ਆ ਵੇਖਦੇ ਹੁੰਦੇ ਆ ਕਿ ਜਦੋਂ ਵੀ ਸਰਕਾਰ ਬਜਟ ਪੇਸ਼ ਕਰਦੀ ਆ, ਇਹ ਵਰਡ ਬਹੁਤ ਜ਼ਿਆਦਾ ਹੁੰਦਾ ਵੀ ਬਜਟ ਘਾਟਾ ਐਤਕੀ ਇੰਨਾ ਹੋਰ ਵੱਧ ਗਿਆ ਹੈਗਾ। ਤੇ ਉਹਦੇ ਵਿੱਚ ਸਾਨੂੰ ਕਈ ਵਾਰ ਸਮਝਣਾ ਪੈਂਦਾ ਆ ਕਿ ਵੀ ਕੀ ਕਾਰਨ ਰਹੇ ਹੋਣਗੇ ਕਿ ਇਹ ਘਾਟਾ ਵੱਧ ਰਿਹਾ ਹੈਗਾ ਆ। ਤੇ ਪਰ ਚਲੋ ਵੇਨੇ ਹੈਗੇ ਦਾ ਕੀ ਹਾਲ ਹੈਗਾ ਹੈ ਜੀ। ਬਹੁਤ ਇੰਪੋਰਟੈਂਟ ਚੀਜ਼ ਹੈ ਸਾਰੇ ਬਜਟ ਪ੍ਰੋਸੈਸ ਦੇ ਵਿੱਚ। ਸਭ ਤੋਂ ਇੰਪੋਰਟੈਂਟ ਚੀਜ਼ ਜਿਹੜਾ ਬਜਟ ਘਾਟਾ ਤੁਸੀਂ ਡਿਸਕਸ ਕਰਨ ਜਾ ਰਹੇ ਹਾਂ। ਦੇਖੋ, ਸ਼ਾਇਦ ਸਾਰੀ ਦੁਨੀਆ ਦੀ ਕੋਈ ਵੀ ਸਰਕਾਰ ਨਹੀਂ ਹੋਣੀ ਜਿਹਦਾ ਘਾਟਾ, ਜਿਹੜਾ ਬਜਟ ਘਾਟੇ ਨਹੀਂ ਹੋਏਗਾ, ਜਿਹਦੇ ਬਜਟ ਦੇ ਵਿੱਚ ਘਾਟੇ ਵਾਲਾ ਆਮਦ ਨਹੀਂ ਹੋਏਗੀ। ਕਿਉਂਕਿ ਸਰਕਾਰਾਂ ਨੂੰ ਹਮੇਸ਼ਾ ਇਨਕਮ ਦਾ ਸੋਰਸ ਜਿਹੜਾ ਹੈ ਉਹ ਘੱਟ ਹੁੰਦਾ ਹੈ ਔਰ ਉਹਨਾਂ ਨੂੰ ਲੋਕਾਂ ਦੇ ਭਲਾਈ ਲਈ ਜ਼ਿਆਦਾ ਖਰਚਾ ਪੈਂਦਾ। ਯਾਨੀ ਕੁੱਲ ਮਿਲਾ ਕੇ ਕਿ ਉਹਨਾਂ ਦੀ ਇਨਕਮ ਘੱਟ ਹੁੰਦੀ ਹੈ ਤੇ ਖਰਚ ਜ਼ਿਆਦਾ ਹੁੰਦਾ, ਔਰ ਇਹਨੂੰ ਹੀ ਬਜਟ ਘਾਟਾ ਕਹਿੰਦੇ ਹਾਂ। ਵੈਨ ਦਾ ਬਜਟ ਐਕਸਪੈਂਡੀਚਰ ਆਰ ਮੋਰ ਦੈਨ ਦਾ ਬਜਟ ਰਿਸੀਵਡ, ਸਚ ਸਿਚੁਏਸ਼ਨ ਇਜ਼ ਰੈਫਰਡ ਐਜ਼ ਦਾ ਬਜਟ ਡੈਫਿਸਿਟ। और डेफिसिट, उस तो बाद देखिए है कि बजट डेफिसिट इक्वल टू बजट एक्सपेंडिचर माइनस बजट रिसीप्ट। ਇਹਨੂੰ ਅਸੀਂ ਬਜਟ ਘਾਟਾ ਕਹਿੰਦੇ ਹਾਂ। ਇਹ ਕੁਐਸਚਨ ਵੀ ਬੜਾ ਅੱਛਾ ਤਿਆਰ ਹੋ ਜਾਂਦਾ ਹੈ ਜੀ। ਡਿਫਰੈਂਸ ਵੀ ਕਈ ਵਾਰ ਆਉਂਦਾ ਨਾ, ਤੇ ਆਪਾਂ ਇਸ ਤਰ੍ਹਾਂ ਦੇ ਚਾਰਟਸ ਅਗਰ ਬਣਾ ਲਈਏ ਕਲਾਸ 'ਚ ਤੇ ਕਲੀਅਰ ਹੋ ਜਾਂਦਾ ਆ ਕਿ ਡਿਫਰੈਂਸ ਕੀ ਹੈਗੇ ਨੇ, ਤੇ ਕਾਫੀ ਹੱਦ ਤੱਕ ਪਤਾ ਲੱਗ ਜਾਂਦਾ ਹੈਗਾ ਆ ਕਿ ਸਾਡੇ ਕੋਲ। ਕਿਉਂਕਿ ਮੈਂ ਬਾਰ-ਬਾਰ ਮੋਟੀਵੇਟ ਕਰਦਾ ਹੁੰਦਾ ਕਿ ਚਾਰਟਸ ਜ਼ਰੂਰ ਬਣਾਉਣੇ ਚਾਹੀਦੇ ਹੈਗੇ ਨੇ। ਇਕਨੋਮਿਕਸ ਦੇ ਕਮਰਸ ਦੇ ਬੱਚਿਆਂ ਨੂੰ ਅਗਰ ਅਸੀਂ ਚਾਰਟ ਬਣਾ ਕੇ ਦੇ ਦਈਏ ਤੇ ਸਾਰਾ ਜਿਹੜਾ ਕੁਐਸਚਨ ਹੈਗਾ ਉਸ ਇੱਕ ਚਾਰਟ ਦੇ ਨਾਲ ਕਲੀਅਰ ਹੋ ਜਾਂਦਾ ਹੈਗਾ ਜੇ। ਬਿਲਕੁਲ ਠੀਕ ਜੀ। टाइप ऑफ बजट देखिए जी, राजस्व घाटा, फिर राजकोषी घाटा और प्राथमिक घाटा। रेवेन्यू डेफिसिट की व्हेन द रेवेन्यू एक्सपेंडिचर आर मोर देन द रेवेन्यू रिसीव्ड, ਜਿਹੜੀ ਰੈਵਨਿਊ ਸਾਨੂੰ ਆਉਂਦੇ ਹੈ ਉਹਦੇ ਨਾਲੋਂ ਐਕਸਪੈਂਡੀਚਰ ਜ਼ਿਆਦਾ ਹੈ ਤੇ ਅਸੀਂ ਇਹਨੂੰ ਕੀ ਕਹਾਂਗੇ, ਰੈਵਨਿਊ ਡੈਫਿਸਿਟ ਹੈ। ਯਾਨੀ ਆਮਦਨ ਜਿਹੜੀ ਹੈ, ਰਾਜਸਵ ਆਮਦਨ, ਉਹ ਘੱਟ ਹੈ ਔਰ ਉਹਦਾ ਖਰਚਾ ਜ਼ਿਆਦਾ ਹੈ। ਠੀਕ ਹੈ। ਦੂਸਰੇ ਪਾਸੇ ਆ ਗਿਆ ਫਿਜ਼ੀਕਲ ਡੈਫਿਸਿਟ, ਰਾਜਕੋਸ਼ੀ ਘਾਟਾ, ਜਦੋਂ ਟੋਟਲ ਐਕਸਪੈਂਡੀਚਰ ਓਵਰ ਰਿਸੀਵਡ ਹੈ। ਯਾਨੀ ਫਿਜ਼ੀਕਲ ਡੈਫਿਸਿਟ ਕੀ ਹੈ, ਟੋਟਲ ਐਕਸਪੈਂਡੀਚਰ ਮਾਈਨਸ ਟੋਟਲ ਰਿਸੀਵਡ। ਜਿਹਨੇ ਟੋਟਲ ਐਕਸਪੈਂਡੀਚਰ ਕਰ ਰਹੇ ਆ ਔਰ ਜਿਹੜੀ ਟੋਟਲ ਰਿਸੀਵਡ ਆ ਰਹੀਆਂ ਨੇ ਉਹ ਉਹਦੇ ਨਾਲੋਂ ਐਕਸਪੈਂਡੀਚਰ ਜ਼ਿਆਦਾ, ਰਿਸੀਵਡ ਘੱਟ ਨੇ, ਤੇ ਫਿਰ ਉਹ ਫਿਜ਼ੀਕਲ ਡੈਫਿਸਿਟ ਹੋ ਗਿਆ। ਔਰ ਫਿਰ ਇੱਕ ਪ੍ਰਾਇਮਰੀ ਡੈਫਿਸਿਟ, ਫਿਜ਼ੀਕਲ ਡੈਫਿਸਿਟ ਮਾਈਨਸ ਇੰਟਰਸਟ ਪੇਮੈਂਟ ਕਰ ਦਿੰਦੇ ਆ ਔਰ ਉਹਨੂੰ ਅਸੀਂ ਕਹਿੰਦੇ ਹਾਂ ਪ੍ਰਾਥਮਿਕ ਘਾਟਾ। ਦੇਖੋ, ਛੋਟੀ ਛੋਟੀ ਟਰਮਸ ਕਿੰਨੀਆਂ ਅਸੀਂ ਪਿਛਲੀ ਸਲਾਈਡਾਂ ਤੇ ਦੇਖੀਆਂ ਨੇ, ਇਹ ਬੜੀ ਇੰਪੋਰਟੈਂਟ ਨੇ ਕਿ ਬੱਚੇ ਨੂੰ ਕਲੀਅਰ ਹੋ, ਤਾਂ ਹੀ ਉਹ ਟੈਕਨੀਕਲੀ ਇੱਕ ਇਕਨੋਮਿਕ ਸੋਚ ਡਿਵੈਲਪ ਕਰ ਸਕੇਗਾ। ਆਉਣ ਵਾਲੇ ਟਾਈਮ ਤੇ ਜੇ ਬਜਟ ਸਰਕਾਰ ਪੇਸ਼ ਕਰਦੀ ਹੈ, ਉਹ ਅਖਬਾਰ 'ਚ ਪੜ੍ਹੇਗਾ ਜਾਂ ਟੀਵੀ 'ਚ ਸੁਣੇਗਾ ਤੇ ਉਹਨੂੰ ਕਲੀਅਰ ਹੋਏਗਾ, ਹਾਂ ਸਰ ਨੇ ਦੱਸਿਆ ਸੀ ਜੀ ਰੈਵਨਿਊ ਡੈਫਿਸਿਟ ਕੀ ਹੈ। ਜੇ ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਬੋਲ ਰਹੇ ਨੇ ਕਿ ਫਿਜ਼ੀਕਲ ਡੈਫਿਸਿਟ ਇੰਨਾ ਵੱਧ ਗਿਆ ਜਾਂ ਘਟ ਗਿਆ, ਤੇ ਉੱਥੇ ਉਹਨੂੰ ਕਲੀਅਰ ਹੋਏਗਾ ਵੀ ਇਹ ਟਰਮ ਜੇ ਉਹਨੇ ਸਿੱਖੀਆਂ ਹੋਣਗੀਆਂ। ਔਰ ਆਪਣੇ ਆਪ 'ਚ ਛੋਟੇ ਛੋਟੇ ਕੁਐਸਚਨ ਨੇ, ਅਸੀਂ ਸ਼ਾਇਦ ਪਿੱਛੇ ਵੀ ਡਿਸਕਸ ਕੀਤਾ ਸੀਗਾ ਕਿ ਕਿਹੜਾ ਸਟਰਕਚਰ ਹੈ ਪੇਪਰ ਦਾ ਸਾਡਾ, ਜਿਹੜਾ ਇਕਨੋਮਿਕਸ ਦਾ, ਜਿਹੜਾ ਬੜਾ ਇੰਪੋਰਟੈਂਟ ਹੈ ਬੱਚਿਆਂ ਨੂੰ ਸਮਝਣਾ। ਉਹਦੇ ਬਾਰੇ ਅਸੀਂ ਬਹੁਤ ਜਲਦ ਇੱਕ ਨਵੀਂ ਉਹਦਾ ਵੀ ਇੱਕ ਵੀਡੀਓ ਬਣਾ ਕੇ ਬੱਚਿਆਂ ਲਈ ਕਿ ਕਿੰਨੇ ਮਾਰਕਸ ਦੇ ਕਿਹੜੇ ਕੁਐਸਚਨ ਆਣੇ ਨੇ, ਕੀ ਉਹਨਾਂ ਦਾ ਸਟਰਕਚਰ ਹੋਇਆ, ਕਿ MCQ ਕਿੰਨੇ ਆਉਣੇ ਨੇ, ਕਿੰਨੇ ਫਿਲਅਪਸ ਨੇ, ਇਹ ਸਭ ਚੀਜ਼ਾਂ। ਔਰ 1 ਨੰਬਰ ਦੇ ਕੁਐਸਚਨ, ਤਿੰਨੋਂ ਕੁਐਸਚਨ 1 ਨੰਬਰ ਦੇ ਨੇ ਜੀ।
ਜਿਹੜੇ 1 ਮਾਰਕ ਕੁਐਸਚਨ ਨੇ 16 ਕੁਐਸਚਨ ਆਉਣੇ ਨੇ ਜੀ, ਉਹ ਤੇ ਬੰਦਾ ਇਹ ਸਾਲਾਂ ਚ ਵੀ ਆਪਾਂ ਜਦੋਂ ਵੇਖਦੇ ਆ ਨਾ ਤੇ ਹਰ ਵਾਰੀ ਡੇਟਾ ਇਸ ਤਰ੍ਹਾਂ ਦਾ ਆਉਂਦਾ ਹੁੰਦਾ ਕਿ ਭਈ ਪਹਿਲਾਂ ਇੰਨਾ ਘਾਟਾ ਸੀ ਜੀ, ਹੁਣ ਵਧ ਰਿਹਾ ਜੀ, ਘਟ ਰਿਹਾ ਜੀ। ਬਿਲਕੁਲ ਦੇਖੋ 2009-10 ਤੋਂ ਲੈ ਕੇ ਜੇ ਅਸੀਂ ਇੰਡੀਆ ਫਿਜ਼ੀਕਲ ਡੈਫਿਸਿਟ ਦੇਖੀਏ ਐਜ਼ ਕੰਪੇਅਰ ਟੂ ਪਰਸੈਂਟੇਜ ਆਫ ਡੀਜੀਪੀ, ਤੇ ਉਹ ਜਿਹੜਾ ਹੈ ਸਾਡੇ ਦੇਖੋ ਅੱਜ ਦੀ ਡੇਟ 'ਚ 19-20 ਦੇ ਡੇਟ ਜਿੱਥੇ ਤੱਕ ਡਾਟਾ ਮੇਰੇ ਕੋਲ ਅਵੇਲੇਬਲ ਹੈ 3.4% ਹੈ ਐਜ਼ ਕੰਪੇਅਰ ਟੂ ਜੀਡੀਪੀ ਜੀ। ਪਰ ਇਹ ਮਤਲਬ ਕੋਸ਼ਿਸ਼ ਹੁੰਦੀ ਹੈ ਕਿ ਸਰਕਾਰ ਘਟਾ ਸਕੇ ਤੇ ਘਟ ਜਾਵੇ। ਤੇ ਬਜਟ ਡੈਫਿਸਿਟ ਦੇ ਤੁਸੀਂ ਇੱਕ ਵਾਰ ਪਿਛਲਾ ਟੌਪਿਕ ਲਿਆ ਸੀ ਨਾ, ਮੈਨੂੰ ਅਜੇ ਤੱਕ ਯਾਦ ਆ ਕਿ ਤੁਸੀਂ ਉਹਦੇ ਫਾਇਦੇ ਵੀ ਗਿਣਾਏ ਸੀ, ਤੇ ਜ਼ਾਹਿਰ ਜੀ ਗੱਲ ਹੈ ਕੁਝ ਸ਼ਾਇਦ ਫਾਇਦੇ ਵੀ ਨੇ ਤੇ ਕੁਝ ਪ੍ਰੋਬਲਮਸ ਵੀ ਵਾਪਰੀਆਂ ਨੇ। ਨੋ ਡਾਊਟ ਕਿਸੇ ਬਜਟ ਡੈਫਿਸਿਟ ਸਰਕਾਰ ਨੂੰ ਕਰਨਾ ਕਿਉਂ ਪੈਂਦਾ ਹੈ? ਆਫਟਰ ਆਲ ਕੁੱਲ ਮੋਟਿਵ ਸਰਕਾਰ ਦਾ ਸਮਾਜਿਕ ਕਲਿਆਣ ਹੈ, ਲੋਕਾਂ ਦੀ ਭਲਾਈ ਦੇ ਲਈ, ਦੇਸ਼ ਨੂੰ ਚਲਾਉਣਾ। ਜੀ ਜੀ ਜੀ। ਤੇ ਉਹੀ ਤੇ ਇਹਦੇ ਫਾਇਦੇ ਨੇ। ਦੇਖੋ ਬਜਟ ਡੈਫਿਸਿਟ ਜੇ ਅਸੀਂ ਬੈਨੀਫਿਟ ਦੀ ਗੱਲ ਕਰੀਏ ਤੇ ਜਿਹੜਾ ਇਨਕਰੀਜ਼ ਜਿਹੜਾ ਇਕਨੋਮਿਕ ਗਰੋਥ ਵਾਸਤੇ ਜਿਹੜਾ ਉਹ ਬਹੁਤ ਜ਼ਰੂਰੀ ਹੈ, ਠੀਕ ਹੈ। ਮੇਕਿੰਗ ਕਿਉਂਕਿ ਸਰਕਾਰ ਨੂੰ ਆਰਥਿਕ ਵਿਕਾਸ ਦੇ ਲਈ ਬਹੁਤ ਐਸੇ ਕਾਰਜ ਕਰਨੇ ਪੈਂਦੇ ਨੇ ਜਿੱਥੇ ਕੋਈ ਆਮਦਨ ਨਹੀਂ ਹੁੰਦੀ, ਲੇਕਿਨ ਉਹ ਇਨ ਫਿਊਚਰ ਆਮਦਨ ਨੂੰ ਜਨਰੇਟ ਕਰਨ ਵਾਸਤੇ ਕਰਦੀ ਹੈ, ਹੈਲਪਫੁਲ ਹੁੰਦਾ, ਠੀਕ ਹੈ। ਫਿਰ ਜਿਹੜਾ ਮੇਕ ਯੂਜ਼ ਆਫ ਦਾ ਸਰਪਲਸ ਸੇਵਿੰਗ, ਜਿਹੜੇ ਇਨ ਰਿਸੀਪ ਜਿਹੜੇ ਸਰਪਲਸ ਸੇਵਿੰਗ ਨੇ ਉਹਨੂੰ ਰਿਸੀਪ ਦੇ ਵਿੱਚ, ਔਰ ਆਟੋਮੈਟਿਕ ਜਿਹੜੀ ਹੈ ਸਟੇਬਲਾਈਜ਼ਰ ਹੈ, ਫਾਈਨਾਂਸ ਪਬਲਿਕ ਜਿਹੜਾ ਇਹਦੇ ਹੈ ਕਾਫੀ ਇਹਦੇ ਬੈਨੀਫਿਟ ਨੇ ਤੇ ਪ੍ਰੋਬਲਮਸ ਵੀ ਨੇ ਜਿਹੜੀ ਜੀ, ਉਹ ਵੀ ਹੈਗੇ ਨੇ। ਤੇ ਹੁਣ ਇੱਕ ਵਰਡ ਨਾਲ ਯੂਜ਼ ਕਰਦੇ ਹੁੰਦੇ ਆ ਕਿ ਬੈਲੈਂਸਡ, ਸਰਪਲਸ ਜਾਂ ਫਿਰ ਡੈਫਿਸਿਟ, ਇਹ 3 ਪ੍ਰਕਾਰ ਦੇ ਜਿਹੜੇ ਪ੍ਰਕਾਰ ਦੇ ਬਜਟ ਨੇ। ਵੈਸੇ ਦੇਖੋ ਜੀ ਇਹ 2 ਪ੍ਰਕਾਰ ਦੇ ਉੱਤੇ ਬਜਟ ਤੇ ਮੈਨੂੰ ਨਹੀਂ ਲੱਗਦੇ ਕਿਤੇ ਨਜ਼ਰ ਆਉਂਦੇ ਨੇ ਸਾਰੀ ਦੁਨੀਆ ਦੇ ਵਿੱਚ, ਲੇਕਿਨ ਤੁਸੀਂ ਪੜ੍ਹਨਾ ਤੇ ਅਸੀਂ ਤਿੰਨੋਂ ਟਾਈਪ ਨੂੰ ਚਾਹੀਦਾ ਸਾਨੂੰ। ਸੰਤੁਲਿਤ ਬਜਟ ਮਤਲਬ ਕਿ ਜਿਹਦੇ ਤੇ ਤੁਹਾਡੇ ਆਮਦਨ ਔਰ ਐਕਸਪੈਂਡੀਚਰ ਬਰਾਬਰ ਹੋਵੇ। ਜਿੰਨੀ ਤੁਹਾਨੂੰ ਆਮਦਨ ਹੋਵੇ ਉਹਨਾਂ, ਮੰਨ ਲਓ 10,000 ਰੁਪਇਆ ਤੁਸੀਂ ਤੁਹਾਡੀ ਤਨਖਾਹ ਹੈ ਤੇ ਤੁਸੀਂ 10,000 ਦੇ ਕਰੀਬ ਖਰਚ ਕਰ ਰਹੇ ਹੋ, ਤੇ ਉਹ ਤੁਹਾਡਾ ਕੀ ਹੋ ਗਿਆ? ਬੈਲੈਂਸਡ ਬਜਟ ਹੋ ਗਿਆ। ਦੂਸਰਾ ਆ ਗਿਆ ਸਰਪਲਸ, ਜਿਹਨੀ ਆਮਦਨ ਤਾਂ ਤੁਹਾਡੀ 10,000 ਹੈ ਲੇਕਿਨ ਖਰਚ ਤੁਹਾਡਾ 6-7,000 ਹੋ ਰਿਹਾ, ਇਟ ਮੀਨ 3,000 ਤੁਹਾਨੂੰ ਬਚ ਰਿਹਾ, ਯਾਨੀ ਐਕਸਪੈਂਡੀਚਰ ਜਿਹੜਾ ਹੈ ਉਹ ਰਿਸੀਪਟ ਨਾਲੋਂ ਘੱਟ ਆ, ਤੇ ਅਸੀਂ ਕਹਿੰਦੇ ਨੇ ਸਰਪਲਸ। ਔਰ ਤੀਸਰਾ ਡੈਫਿਸਿਟ ਬਜਟ, ਜਿਹਦੀ ਅਸੀਂ ਪਿੱਛੇ ਗੱਲ ਕੀਤੀ ਹੈ, ਘਾਟੇ ਦੀ ਬਜਟ, ਯਾਨੀ ਬਜਟ ਦਾ ਖਰਚਾ ਜ਼ਿਆਦਾ ਹੈ ਔਰ ਆਮਦਨ ਰਿਸੀਪਟ ਘੱਟ ਨੇ, ਉਹਨੂੰ ਅਸੀਂ ਬਜਟ ਦੇ ਡੈਫਿਸਿਟ ਕਹਿੰਦੇ ਹੈਗੇ। ਠੀਕ ਹੈ ਜੀ। ਇਹਨੂੰ ਹੁਣ ਮੇਜਰ ਕਿਸ ਤਰ੍ਹਾਂ ਲੈਣਾ? ਕੋਸ਼ਿਸ਼ ਤਾਂ ਹੈਗੀ ਆ ਨਾ ਜੀ। ਇਹ ਬੜਾ ਇੰਪੋਰਟੈਂਟ ਕੁਐਸਚਨ ਹੈ। ਦੇਖੋ ਆਪਣੇ ਤੇ ਕੁਐਸਚਨ 6 ਨੰਬਰ ਦਾ ਤਿਆਰ ਹੈ, ਵਾਟ ਆਰ ਦਾ ਵੇਰੀਅਸ ਮੈਜਰ ਟੂ ਕੰਟਰੋਲ ਦਾ ਬਜਟ ਡੈਫਿਸਿਟ ਇਨ ਅ ਕੰਟਰੀ, ਤੇ ਉਹ ਦੇਖੋ ਪੁਆਇੰਟ ਸਾਰੇ ਨੇ। ਰਿਟਾਇਰਮੈਂਟ ਆਫ ਦਾ ਪਬਲਿਕ ਡੈਪਟ ਨੂੰ ਘੱਟ ਤੋਂ ਘੱਟ, ਰਿਡਕਸ਼ਨ ਇਨ ਸਬਸਿਡੀ ਨੂੰ ਘਟਾਉਣਾ। ਤੁਸੀਂ ਦੇਖਿਆ ਹੋਏਗਾ ਅੱਜ ਦੀ ਡੇਟ 'ਚ ਸਾਡੀ ਸਰਕਾਰ ਜਿਹੜੀ ਹੈ ਉਹ ਜਿੰਨੀ ਸਬਸਿਡੀ ਨੂੰ ਘਟਾ ਰਹੀ ਹੈ, ਘੱਟ ਤੋਂ ਘੱਟ ਕਰ ਰਹੀ ਹੈ। ਕਿਸੇ ਜਗ੍ਹਾ ਤੇ ਸਬਸਿਡੀਆਂ ਜ਼ਰੂਰੀ ਵੀ ਨੇ ਜੀ, ਕਿਸੇ ਜਗ੍ਹਾ ਤੇ ਉਹ ਡੈਫਿਸਿਟ ਬਜਟ ਦਾ ਹੱਲ ਲੱਭਣਾ ਫਿਰ ਤੇ ਤੁਹਾਨੂੰ ਕਰਨਾ ਪਏਗਾ ਨਾ ਜੀ। ਰਿਡਕਸ਼ਨ ਆਫ ਬਜਟਰੀ ਸਪੋਰਟ ਟੂ ਦਾ ਪਬਲਿਕ ਐਕਸਪੈਂਡੀਚਰ, ਜਿਹੜਾ ਪਬਲਿਕ ਐਕਸਪੈਂਡੀਚਰ ਤੇ ਜਿਹੜਾ ਹੈ ਉਹਦੇ ਵਾਸਤੇ ਬਜਟਰੀ ਸਪੋਰਟ ਨੂੰ ਘਟਾਉਣਾ, ਔਰ ਘੱਟ ਜਿਹੜਾ ਅਸੀਂ ਲੋਨ ਲਈਏ, ਘੱਟ ਬਾਹਰੋਂ ਜਿਹੜਾ ਕੈਪੀਟਲ ਜਿਹੜਾ ਸ਼ਿਫਟ ਕਰਕੇ ਅਸੀਂ ਬਜਟ ਨੂੰ ਆਪਣਾ ਜਿਹੜਾ ਡੈਫਿਸਿਟ ਨਾ ਹੋਣ ਦੀ। ਟੈਕਸ ਬੇਸ ਸ਼ੁੱਡ ਬੀ, ਮੈਂ ਹੁਣੇ ਗੱਲ ਕੀਤੀ ਹੈ ਕਿ ਸਾਡੇ ਦੇਸ਼ 'ਚ ਬਹੁਤ ਥੋੜੇ ਲੋਕੀ ਜਿਹੜੇ ਨੇ ਉਹ ਟੈਕਸ ਦਿੰਦੇ ਨੇ, ਜਦਕਿ ਟੈਕਸ ਦੇ ਬੇਸ ਨੂੰ ਜਿਹੜਾ ਬ੍ਰੌਡਨ ਕੀਤਾ ਜਾਣਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਹਦੇ ਦਾਇਰੇ 'ਚ ਆਉਣ ਔਰ ਦੇਸ਼ ਨੂੰ ਪੈਸਾ ਆਏ, ਉਹਦੇ ਨਾਲ ਬਜਟ ਡੈਫਿਸਿਟ ਘਟੇਗਾ। ਆਪਣੇ ਆਪ ਹੋਏਗਾ। ਕੰਟਰੋਲ ਓਵਰ ਬਲੈਕ ਮਨੀ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ, ਬਲੈਕ ਮਨੀ ਤੇ ਕੰਟਰੋਲ ਕਰਨ ਦੇ ਨਾਲ ਜਿਹੜਾ ਬਜਟ ਡੈਫਿਸਿਟ ਘਟੇਗਾ। ਇੱਕ ਜਿਹੜੀ ਵਾਈਟ ਮਨੀ ਜਿਹੜੀ ਹੈ ਉਹ ਤੋਂ ਟੈਕਸ ਆਏਗਾ, ਟੈਕਸ ਰੈਵਨਿਊ ਆਉਣ ਦੇ ਨਾਲ ਸਰਕਾਰ ਦੀ ਆਮਦਨ 'ਚ ਵਾਧਾ ਹੋਏਗਾ ਔਰ ਬਜਟ ਜਿਹੜਾ ਡੈਫਿਸਿਟ ਘਟੇਗਾ। ਪਬਲਿਕ ਸੈਕਟਰ ਅੰਡਰਟੇਕਿੰਗ ਹੈ ਜਿਹੜੀ ਘਾਟੇ 'ਚ ਜਾ ਰਹੀ ਹੈ, ਜਿਹਦੇ ਕਰਕੇ ਸਰਕਾਰ ਨੂੰ ਉਹਨਾਂ ਦੇ ਉੱਤੇ ਐਕਸਟਰਾ ਪੈਸਾ ਖਰਚਣਾ ਚਾਹੀਦਾ ਹੈ, ਉਹਨਾਂ ਨੂੰ ਰੀਸਟਰਕਚਰਿੰਗ ਕਰਨ ਦੀ ਲੋੜ ਹੈ, ਜਿਹਦੇ ਨਾਲ ਕਿ ਉਹ ਸਾਰਾ ਬਜਟ ਡੈਫਿਸਿਟ ਘਟੇਗਾ। ਨਹੀਂ, ਇਹ ਤੇ ਪੁਆਇੰਟਸ ਕਲੀਅਰ ਹੋ ਗਏ, ਕਿਉਂਕਿ ਨਾ ਕਿਤੇ ਨਾ ਕੋਸ਼ਿਸ਼ ਤੇ ਸਰਕਾਰ ਦੀ ਹੁੰਦੀ ਆ ਕਿ ਉਹ ਕਿਸ ਤਰ੍ਹਾਂ ਘਟਾ ਸਕੇ। ਇਹਦੇ ਨਾ ਕੁਝ ਹਿਸਟੋਰੀਕਲ ਫੈਕਟ ਵੀ ਤੁਸੀਂ ਦੱਸੋ ਇੰਡੀਅਨ ਬਜਟ ਦੇ, ਕਿਉਂਕਿ ਸਾਡੇ ਜਿਹੜੇ ਸਪੈਸ਼ਲ ਬੱਚੇ ਕੁਝ ਹੁੰਦੇ ਨੇ ਨਾ ਕਿ ਖਾਸ ਕਰਨਾ ਚਾਹੁੰਦੇ ਨੇ ਜ਼ਿੰਦਗੀ 'ਚ, ਉਹਨਾਂ ਨੂੰ ਇਹੋ ਜਿਹੇ ਕਨਸੈਪਟ ਬੜੇ ਸਾਡੇ ਬੱਚਿਆਂ ਨੇ ਅੱਗੇ ਜਾ ਕੇ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕਰਨਾ ਹੈ, ਕੰਪੀਟੀਸ਼ਨ ਐਗਜ਼ਾਮ ਜਿਹੜੇ ਕੰਪੀਟੀਟਿਵ ਐਗਜ਼ਾਮ ਦੇਣੇ ਨੇ, ਤੇ ਇਹ ਕੁਝ ਹਿਸਟੋਰੀਕਲ ਫੈਕਟ ਮੈਂ ਢੂੰਡੇ ਸੀਗੇ, ਮੈਂ ਚਾਹੁੰਦਾ ਸੀ ਕਿ ਬੱਚਿਆਂ ਨਾਲ ਜ਼ਰੂਰ ਡਿਸਕਸ ਕਰਾਂ। ਪਿੱਛੇ ਸਾਡਾ YouTube ਤੇ ਜਿਹੜੇ ਸਾਡੇ ਵਿਭਾਗ ਵੱਲੋਂ ਜਿਹੜੀ ਉਪਰਾਲਾ ਚੱਲ ਰਿਹਾ ਆਨਲਾਈਨ ਕਲਾਸਿਸ ਦਾ, ਉਹਦੇ ਵਿੱਚ ਵੀ ਅਸੀਂ ਲੈਕਚਰ ਬਜਟ ਦਾ ਦਿੱਤਾ ਸੀਗਾ, ਪਰ ਅਨਫੋਰਚੂਨੇਟਲੀ ਅਸੀਂ ਹਿਸਟੋਰੀਕਲ ਫੈਕਟ ਉੱਤੇ ਡਿਸਕਸ ਨਹੀਂ ਕਰ ਪਏ ਟਾਈਮ ਦੇ ਕੰਸਟ੍ਰੇਂਟ ਕਰਕੇ, ਤੇ ਅੱਜ ਅਸੀਂ ਉਹ ਡਿਸਕਸ ਕਰਨ ਜਾ ਰਹੇ ਹਾਂ ਜੀ। ਸਾਡੇ ਇੰਡੀਆ ਦਾ ਸਭ ਤੋਂ ਪਹਿਲਾ ਬਜਟ 7 ਅਪ੍ਰੈਲ 1860 ਵਿੱਚ ਪੇਸ਼ ਕੀਤਾ ਗਿਆ। ਅੱਛਾ, ਆਜ਼ਾਦ ਅਸੀਂ ਹੋ ਗਏ ਸੀ? ਆਜ਼ਾਦੀ ਤੋਂ ਪਹਿਲੇ ਸਰ,
ਅੱਛਾ, 1860 ਦੀ ਗੱਲ ਕਰ ਰਹੇ ਆਜ਼ਾਦੀ ਜੀ। ਤੋਂ ਪਹਿਲੇ ਜਦੋਂ ਬ੍ਰਿਟਿਸ਼ ਗਵਰਨਮੈਂਟ ਸੀਗੀ, ਜਦੋਂ ਅੱਛਾ ਸਾਡੇ ਅੱਛਾ, ਈਸਟ ਇੰਡੀਆ ਯਾਨੀ ਕੰਪਨੀ ਬਜਟ ਦਾ ਇਤਿਹਾਸ ਸਾਡੇ ਆਜ਼ਾਦੀ ਦੇ ਇਤਿਹਾਸ ਤੋਂ ਵੀ ਮਤਲਬ ਬਹੁਤ ਪੁਰਾਣਾ ਸੀ, ਜੀ ਦੇਖੋ, ਜੀ ਠੀਕ ਹੈ। ਜੀ, ਠੀਕ ਔਰ ਉਦੋਂ ਸਕਾਟਿਸ਼ ਜਿਹੜੇ ਇਕਨੋਮਿਸਟ ਸੀਗੇ, ਪੋਲੀਟੀਸ਼ੀਅਨ ਜੇਮ ਵਿਲਸਨ ਨੇ ਫਸਟ ਜਿਹੜਾ ਬਜਟ ਪੇਸ਼ ਕੀਤਾ। ਔਰ ਇੰਡੀਪੈਂਡੈਂਟ ਜਿਹੜਾ ਜਿਹੜਾ ਜਦੋਂ ਆਪਾਂ ਇੰਡੀਆ ਦਾ ਜਿਹੜਾ ਬਜਟ ਹੈ ਉਹ ਨਵੰਬਰ 26 1947 ਨੂੰ ਫਾਈਨਾਂਸ ਮਿਨਿਸਟਰ ਜਿਹੜੇ ਠੀਕ ਹੈ। RK ਜਿਹੜੇ ਸੀਗੇ ਉਹਨਾਂ ਨੇ ਸਾਨੂੰ ਪਰ ਇਹ ਕਿੰਨੀ ਜਦੋਜਹਿਦ ਰਹੀ ਹੋਗੀ। 15 ਅਗਸਤ ਨੂੰ ਆਜ਼ਾਦ ਹੋਏ ਹਾਂ ਤੇ ਨਵੰਬਰ 26 ਤੱਕ ਫਿਰ ਸਾਰਾ ਪ੍ਰਿਪੇਅਰ ਹੋਇਆ ਹੋਗਾ ਜੀ। ਕਿੰਨੀ ਉਹਨਾਂ ਨੇ ਬਿਲਕੁਲ ਜੀ, ਮਹਾਨ ਲੋਕ ਰਹੇ ਹੋਣਗੇ ਸਾਡੇ। ਔਰ ਦੂਸਰਾ ਇੰਪੋਰਟੈਂਟ ਦੇਖੋ ਜੀ, ਲੌਂਗੈਸਟ ਬਜਟ ਸਪੀਚ ਜਿਹੜੀ ਹੈ ਉਹ ਜਿਹੜੀ ਅੱਜ ਸਾਡੇ ਮਾਨਯੋਗ ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਨੇ ਜੀ, ਸੀਤਾਰਮਨ ਜੀ, ਜੀ। ਉਹਨਾਂ ਦਾ ਰਿਕਾਰਡ ਰਿਹਾ ਹੈ। ਉਹਨਾਂ ਨੇ 2 ਘੰਟੇ 42 ਮਿੰਟ ਦੀ ਸਪੀਚ ਜਿਹੜੀ ਠੀਕ ਹੈ ਹੈ, 2020-21 ਦੀ ਜਿਹੜੀ ਦਿੱਤੀ, ਜੀ। ਮੋਸਟ ਵਰਡ ਇਨ ਦਾ ਬਜਟ ਸਪੀਚ। ਠੀਕ ਹੈ, ਠੀਕ ਹੈ। ਐਟ 18,650 ਵਰਡ ਮਨਮੋਹਨ ਸਿੰਘ ਜੀ ਨੇ ਡਿਲੀਵਰ ਕੀਤੇ ਲੌਂਗੈਸਟ ਬਜਟ ਸਪੀਚ ਇਨ ਦਾ ਟਰਮ ਆਫ ਵਰਡਸ in 1991 under the ਨਰਸਿਮਹਾ ਰਾਓ ਜੀ। 1991 ਨੂੰ ਤੇ ਬਹੁਤ ਯਾਦ ਰੱਖਿਆ ਜਾਂਦਾ ਹੈ ਕਿ ਇਹ ਕਿਉਂ ਹੈਗਾ ਆ, ਇਹਦੇ ਕਈ ਕਾਰਨ ਆਪਾਂ ਸਮਝਾਉਂਦੇ ਹੁੰਦੇ ਆ ਤੇ ਠੀਕ ਹੈ ਜੀ। ਉਸ ਕਾਰਨ ਕਿਤੇ ਨਾ ਕਿਤੇ ਇਹਨਾਂ ਦੇ ਜਿਹੜੇ ਵਰਡਸ ਦੀ ਜਿਹੜੀ ਲਿਮਿਟ ਹੈ ਉਹ ਜ਼ਿਆਦਾ ਰਹੀ ਹੈਗੀ ਆ, ਉਹ ਕਲੀਅਰ ਕਰ ਰਹੇ ਹੈਗੇ ਨੇ। ਉਸ ਟਾਈਮ ਤੇ ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ ਜਿਹੜਾ ਸਾਰੀ ਇਹ ਸਾਰਾ ਕੁਝ ਉਹਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ ਹੋਏਗਾ, ਤਾਂ ਕਰਕੇ ਇਹ ਰਿਹਾ ਹੈਗਾ। ਠੀਕ ਹੈ ਜੀ। ਸ਼ਾਰਟੈਸਟ ਬਜਟ ਅੱਛਾ, ਸਿਰਫ 800 ਵਰਡ ਦਾ ਬਜਟ ਰਿਹਾ ਜੀ। ਜੀ। ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਹੀਰੂ ਬਾਈ ਸੀਗੇ ਪਟੇਲ, ਉਹਨਾਂ ਨੇ ਡਿਲੀਵਰ ਕੀਤਾ 1977। ਠੀਕ ਹੈ ਜੀ, ਬਹੁਤ ਛੋਟਾ। ਔਰ ਸਭ ਤੋਂ ਜ਼ਿਆਦਾ ਬਜਟ ਪੇਸ਼ ਕਰਨ ਦਾ ਜਿਹੜਾ ਮੌਕਾ ਮਿਲਿਆ ਉਹ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਮੁਰਾਰਜੀ ਦੇਸਾਈ ਹੋਏ ਨੇ। ਅੱਛਾ, ਔਰ ਰਿਕਾਰਡ ਟਾਈਮ ਉਹਨਾਂ ਨੇ ਬਜਟ ਜਿਹੜੇ ਆ ਪੇਸ਼ ਕੀਤੇ ਹੀ। 10 ਬਜਟ ਡਿਊਰਿੰਗ ਦਾ 62 ਤੋਂ 69 ਦੇ 10 ਜਿਹੜੇ ਵਾਰ ਬਜਟ ਜਿਹੜਾ ਪਾਰਲੀਮੈਂਟ 'ਚ ਪੇਸ਼ ਉਹਨਾਂ ਨੇ ਕੀਤਾ। ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਦੇਖੋ, ਟਾਈਮ ਅੰਟਿਲ 1999 ਜਿਹੜਾ ਬਜਟ ਸਾਡਾ 5 ਵਜੇ ਪੇਸ਼ ਕੀਤਾ ਜਾਂਦਾ ਸੀ। ਹਾਂ, ਠੀਕ ਹੈ ਜੀ, ਔਨ ਦਾ ਵਰਕਿੰਗ ਡੇ ਦਾ। ਹਾਂਜੀ। ਔਰ ਇਹਦਾ ਕਾਰਨ ਸੀਗਾ ਕਿ ਜਦੋਂ ਕਿਉਂਕਿ ਪਹਿਲੇ ਸਾਡੇ ਦੇਸ਼ 'ਚ ਜਦੋਂ ਸਾਡਾ ਦੇਸ਼ ਗੁਲਾਮ ਸੀਗਾ, ਉਦੋਂ ਸਾਰੀ ਸਰਕਾਰਾਂ ਜਿਹੜੀਆਂ ਇੰਗਲੈਂਡ ਤੋਂ ਕੰਟਰੋਲ ਹੋ ਰਹੀਆਂ ਸੀਗੀਆਂ, ਉਹਨਾਂ ਦੇ ਮੁਤਾਬਕ ਟਾਈਮਿੰਗ ਨੂੰ ਐਡਜਸਟ ਕਰਕੇ ਕੀਤਾ ਜਾਂਦਾ ਸੀਗਾ। ਲੇਕਿਨ ਉਸਦੇ ਫਾਰਮਰ ਫਾਈਨਾਂਸ ਮਿਨਿਸਟਰ ਜਿਹੜੇ ਯਸ਼ਵੰਤ ਸਿਨਹਾ ਨੇ, ਉਹਨਾਂ ਨੇ ਹਿਸਟੋਰੀਕਲ ਕਦਮ ਨੂੰ ਚੁੱਕਦੇ ਹੋਏ 1999 ਵਿੱਚ ਇਹ ਬਜਟ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ 11 ਵਜੇ ਕਰ ਦਿੱਤੀ, ਯਾਨੀ 5 ਵਜੇ ਦੀ ਬਜਾਏ 11 ਵਜੇ ਕੀਤੀ ਹੈ। ਔਰ ਇਸੇ ਤਰੀਕੇ ਨਾਲ ਇੱਕ ਹੋਰ ਹਿਸਟੋਰੀਕਲ ਗੱਲ ਹੋਈ ਕਿ ਅਰੁਣ ਜੇਤਲੀ ਜੀ ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਜਿਹੜੇ ਹੈ ਫਾਰਮਰ, ਔਰ ਉਹਨਾਂ ਨੇ ਫਰਵਰੀ 1 ਨੂੰ 2017 ਨੂੰ ਪੇਸ਼ ਕੀਤਾ। ਪਹਿਲੇ ਸਾਡਾ ਬਜਟ 28 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਸੀਗਾ, ਜਿਹੜਾ ਕਿ 2017 ਤੋਂ 1 ਫਰਵਰੀ ਨੂੰ ਪੇਸ਼ ਕੀਤਾ ਜਾਂਦਾ, ਇਹਨੂੰ ਵੀ। ਔਰ 1955 ਤੱਕ ਜਿਹੜਾ ਉਹ ਇੰਗਲਿਸ਼ 'ਚ ਹੁੰਦਾ ਸੀ, ਲੇਕਿਨ ਬਾਅਦ 'ਚ ਗਵਰਨਮੈਂਟ ਨੇ ਕਿਹਾ ਵੀ ਨਹੀਂ, ਅਸੀਂ ਇਹ ਬਜਟ ਜਿਹੜਾ ਹੋਰ ਲੈਂਗੁਏਜ ਵਿੱਚ ਵੀ, ਬਹੁਤ ਹਿੰਦੀ ਵਿੱਚ ਵੀ ਛਾਪਾਂਗੇ ਔਰ ਪ੍ਰਿੰਟ ਹੁੰਦਾ। ਪਰ ਇਹ ਜਾਣਕਾਰੀ ਹੋਣੀ ਚਾਹੀਦੀ ਬੱਚਿਆਂ ਨੂੰ। ਪੇਪਰਲੈਸ ਦੀ ਵੀ ਗੱਲ ਦੱਸਿਓ ਜੀ। ਹਾਂਜੀ ਹਾਂਜੀ, ਬਿਲਕੁਲ ਜੀ। ਦੇਖੋ, ਕੋਵਿਡ ਤੋਂ ਕਾਰਨ ਪੇਪਰਲੈਸ ਬਜਟ ਜਿਹੜਾ ਹੈ ਉਹ ਵੀ ਪੇਸ਼ ਕੀਤਾ ਗਿਆ। ਹਾਂਜੀ, ਫਸਟ ਟਾਈਮ 2021-22 ਦੇ ਵਿੱਚ। ਪਹਿਲੇ ਸਾਡਾ ਬਜਟ ਰੇਲਵੇ ਬਜਟ ਅਲੱਗ ਆਂਦਾ ਸੀਗਾ, ਦੂਸਰਾ ਬਜਟ ਅਲੱਗ ਆਂਦਾ ਸੀਗਾ, ਯੂਨੀਅਨ ਬਜਟ। ਲੇਕਿਨ 2017 ਤੋਂ ਬਾਅਦ ਉਹਨਾਂ ਨੇ ਰੇਲਵੇ ਬਜਟ ਔਰ ਯੂਨੀਅਨ ਬਜਟ ਨੂੰ ਇਕੱਠਾ ਕਰਕੇ ਜਿਹੜਾ ਪੇਸ਼ ਕੀਤਾ। ਔਰ 2017 ਉਹ ਟਾਈਮ ਸੀ ਜਦੋਂ ਰੇਲਵੇ ਬਜਟ ਜਿਹੜਾ ਯੂਨੀਅਨ ਬਜਟ 'ਚ ਹੀ ਮਰਜ ਕਰ ਦਿੱਤਾ ਗਿਆ। ਇਸੇ ਤਰੀਕੇ ਨਾਲ ਪ੍ਰਿੰਟਿੰਗ ਦੀ ਗੱਲ ਕਰੀਏ ਕਿ ਸਾਡੇ ਦੇਸ਼ ਦੇ ਜਿਹੜਾ ਪ੍ਰਿੰਟਿੰਗ ਹੈ ਬਜਟ ਦੀ, ਉਹ ਅੱਜ ਜੇ ਮੰਨ ਲਓ ਪਹਿਲੀ ਨੂੰ, ਉਸ ਤੋਂ ਪਹਿਲੇ ਹੀ ਪ੍ਰਿੰਟ ਹੋਣਾ, ਮਹੀਨਾ 2 ਮਹੀਨੇ ਪਹਿਲੇ ਸ਼ੁਰੂ ਹੋ ਜਾਂਦਾ ਪ੍ਰਿੰਟ। ਔਰ ਜਿਹੜੀ ਪ੍ਰੈਸ ਹੈ, gifted press at the Minto Road in the New Delhi 1980 and government press was set up in the North Block, the seat of the finance minister। ਤੁਸੀਂ ਸ਼ਾਇਦ ਪਿਛਲੇ ਟਾਈਮ ਤੇ ਦੇਖਦੇ ਹੋਏਗਾ ਕਿਸ ਤਰੀਕੇ ਜਦੋਂ ਬਜਟ ਦੀ ਪ੍ਰਿੰਟਿੰਗ ਸ਼ੁਰੂ ਹੁੰਦੀ ਹੈ, ਉਹਦੇ ਵਾਸਤੇ ਬਕਾਇਦਾ ਹਲਵਾ ਬਣਾਇਆ ਜਾਂਦਾ ਹੈ ਔਰ ਇਸ ਤਰੀਕੇ ਦੇ ਨਾਲ ਉਹਨੂੰ ਸੈਰਾਮਨੀ ਕੀਤੀ ਜਾਂਦੀ ਹੈ ਜੀ ਜੀ। ਔਰ ਬਲੈਕ ਬਜਟ ਇੱਕ ਇੰਪੋਰਟੈਂਟ ਹੈ, ਕਹਿੰਦਾ ਜੀ 1973-74 ਦੇ ਬਜਟ ਨੂੰ ਬਲੈਕ ਬਜਟ ਕਿਹਾ ਜਾਂਦਾ ਹੈ। ਬੜਾ ਇੰਪੋਰਟੈਂਟ ਕੁਐਸਚਨ ਹੈ, ਇਹ ਕੁਐਸਚਨ ਬਣ ਸਕਦਾ ਹੈ। ਹਾਂਜੀ ਬਿਲਕੁਲ, ਜਿਹਦੇ ਵਿੱਚ ਦਾ ਫਿਜ਼ੀਕਲ ਡੈਫਿਸਿਟ ਜਿਹੜਾ ਹੈ ਉਹ 550 ਕਰੋੜ ਰੁਪਏ ਹੈ, ਮਤਲਬ ਵੱਧ ਗਿਆ ਸੀ ਤਾਂ ਕਰਕੇ 550 ਕਰੋੜ ਸੀਗਾ, ਇਸ ਕਰਕੇ ਬਲੈਕ ਬਜਟ ਕਿਹਾ ਜਾਂਦਾ ਹੈ। ਠੀਕ ਹੈ ਜੀ। ਇਹ ਕੁਝ ਕੁਐਸਚਨ ਆਨਸਰ ਨੇ, ਇਹ ਤੁਸੀਂ ਸਲਾਈਡ ਤੇ ਬੱਚੇ ਇਹਨਾਂ ਨੂੰ ਦੇਖ ਕੇ ਕਰ ਸਕਦੇ ਨੇ। ਇਹਨਾਂ ਦੇ ਜਿਹੜੇ ਸਹੀ ਆਨਸਰ ਨੇ, ਬਿਲਕੁਲ ਜੋ ਗੱਲਾਂ ਕੀਤੀਆਂ ਉਹਨਾਂ ਨੂੰ ਸਾਹਮਣੇ ਰੱਖੀਆਂ ਹੋਈਆਂ ਨੇ। ਇਹ ਵਰਕਬੁੱਕ ਦੇ ਕੁਐਸਚਨਸ ਨੇ, ਬੱਚੇ ਇਹਨਾਂ ਨੂੰ ਦੇਖ ਸਕਦੇ ਨੇ। ਜੀ ਰਾਜਵਿੰਦਰ ਜੀ, ਤੁਸੀਂ ਸਾਡੇ ਕੋਲ ਆਉਂਦੇ ਜੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਹੁਣ ਜਿਹੜਾ ਤੁਸੀਂ ਬਜਟ ਜਿਹੜਾ ਕਿ ਬਹੁਤ ਹੀ ਮਤਲਬ ਇਹੋ ਜਿਹਾ ਟੌਪਿਕ ਆ ਜਿਹੜਾ ਅਸੀਂ ਅਗਲੇ ਮਹੀਨੇ ਸੁਣਨਾ ਵੀ ਹੈਗਾ ਆ, ਤੇ ਕਿਤੇ ਨਾ ਕਿਤੇ ਸਾਨੂੰ ਹੁੰਦਾ ਕਿ ਉਹਦੀ ਸਮਝ ਹੋਵੇ। ਕਈ ਵਾਰ ਮੈਂ ਸੋਚਿਆ ਕਿ ਬਹੁਤ ਸਾਰੇ ਬੱਚਿਆਂ ਨੂੰ ਪੁੱਛਾਂ ਨਾ ਕਿ ਤੁਸੀਂ ਨਿਊਜ਼ ਸੁਣਦੇ ਜੇ
ਤੁਸੀਂ ਕੀ ਪ੍ਰੋਗਰਾਮ ਵੇਖਦੇ ਹੈਗੇ ਜੇ ਜਦੋਂ ਇਸ ਤਰ੍ਹਾਂ ਦਾ ਕੋਈ ਬਜਟ ਦਾ ਆ ਰਿਹਾ ਤਾਂ ਨਾ ਕਰ ਦਿੰਦੇ ਨੇ। ਕਾਰਨ ਕੀ ਹੁੰਦਾ ਕਿ ਉਹਨਾਂ ਨੂੰ ਸਮਝ ਨਹੀਂ ਆਉਂਦਾ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕੀ ਦੱਸਿਆ ਜਾ ਰਿਹਾ ਹੈਗਾ। ਪਰ ਜਿਸ ਤਰ੍ਹਾਂ ਹੁਣ ਤੁਸੀਂ ਸਮਝਾਇਆ ਹੈਗਾ ਆ, ਮੈਨੂੰ ਲੱਗਦਾ ਕਿ ਬੜਾ ਹੀ ਆਸਾਨ ਰਿਹਾ ਹੋਊਗਾ ਉਹਨਾਂ ਵਾਸਤੇ ਸਮਝਣਾ ਕਿ ਇਹ ਬਜਟ ਕੀ ਹੁੰਦਾ। ਜਦੋਂ ਹੁਣ ਇਹਨਾਂ ਨੂੰ ਸਮਝ ਆ ਗਿਆ ਤੇ ਆ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਆ ਜਾਣਗੀਆਂ ਕਿ ਅਸੀਂ ਬਜਟ ਨੂੰ ਹੁਣ ਬੜੇ ਆਸਾਨੀ ਦੇ ਨਾਲ, ਤਰੀਕੇ ਦੇ ਨਾਲ ਸਮਝਦੇ ਹੈਗੇ ਆ ਤੇ ਸਾਡੀ ਜ਼ਿੰਦਗੀ 'ਚ ਇਹਦਾ ਕਿਸ ਤਰ੍ਹਾਂ ਰੁਖ ਬਣਨਾ ਹੈਗਾ। ਬਿਲਕੁਲ ਠੀਕ ਹੈ ਸਰ, ਠੀਕ ਹੈ ਜੀ। ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ ਸਰ।